You are listening to the online streaming service from Emmanuel Church, Handsworth, Birmingham, UK. ਗੁੱਡ ਮਾਰਨਿੰਗ ਸਾਰਿਆਂ ਨੂੰ। ਇਸ ਸਮੇਂ ਜੋ ਵੀ ਸਾਡੇ ਨਾਲ ਇਸ ਮੀਟਿੰਗ ਵਿੱਚ ਜੁੜੇ ਹੋਏ, ਅਸੀਂ ਤੁਹਾਡਾ ਸਾਰਿਆਂ ਦਾ ਇਮੈਨੂਅਲ ਚਰਚ ਹੈਂਡਜ਼ਵਰਥ ਵੱਲੋਂ ਅਸੀਂ ਵੈਲਕਮ ਕਰਦੇ ਹਾਂ। ਅਤੇ ਖਾਸ ਕਰਕੇ ਜੋ ਇਸ ਸਮੇਂ ਸਾਡੇ ਨਾਲ ਪਹਿਲੀ ਵਾਰੀ ਜੁੜ ਰਿਹਾ, ਅਸੀਂ ਤੁਹਾਡਾ ਖਾਸ ਕਰਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ ਸਾਲ ਦੀ ਮੁਬਾਰਕਬਾਦ ਵੀ ਦਿੰਦੇ ਹਾਂ। ਆਓ ਇਸ ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਆਇਤ ਪੜ੍ਹਾਂਗਾ। ਪਹਿਲਾ ਪਤਰਸ ਉਹਦਾ ਪਹਿਲਾ ਅਧਿਆਇ, ਉਸ ਦੀ ਤੀਸਰੀ ਆਇਤ। ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ, ਜਿਹਨੇ ਆਪਣੀ ਅੱਤ ਦਇਆ ਦੇ ਅਨੁਸਾਰ ਮਸੀਹ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ। ਅਸੀਂ ਜਾਣਦੇ ਹਾਂ ਕਿ ਇਹ ਆਇਤ ਸਾਨੂੰ ਇੱਕ ਜਿਉਂਦੀ ਆਸ, ਇੱਕ ਲਿਵਿੰਗ ਹੋਪ ਦੇ ਬਾਰੇ ਦੱਸਦੀ ਆ ਕਿ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੁਆਰਾ ਅਸੀਂ ਨਵਾਂ ਜੀਵਨ ਪਾਉਂਦੇ ਹਾਂ। ਅਤੇ ਅਸੀਂ ਜਾਣਦੇ ਹਾਂ ਕਿ ਜੋ ਕੋਈ ਵੀ ਇਸ ਉੱਤੇ ਵਿਸ਼ਵਾਸ ਕਰਦਾ ਕਿ ਪ੍ਰਭੂ ਸਾਡੇ ਲਈ ਮਰਿਆ ਅਤੇ ਜੀ ਉੱਠਿਆ, ਅਤੇ ਅਸੀਂ ਉਸੇ ਵਕਤ ਇੱਕ ਸਦੀਪਕ ਜੀਵਨ ਦੇ ਭਾਗੀਦਾਰ ਬਣਦੇ ਹਾਂ। ਸਾਡੀ ਆਸ ਹੈ ਇਸ ਸਮੇਂ ਜੋ ਵੀ ਇਸ ਮੀਟਿੰਗ ਨੂੰ ਸੁਣ ਰਿਹਾ, ਜੁੜ ਰਿਹਾ, ਪ੍ਰਭੂ ਤੁਹਾਨੂੰ ਬਰਕਤ ਦੇਵੇ ਇਸ ਮੀਟਿੰਗ ਦੁਆਰਾ। ਅਤੇ ਆਓ ਇਸ ਮੀਟਿੰਗ ਨੂੰ ਅੱਗੇ ਲਿਆਉਣ ਤੋਂ ਪਹਿਲਾਂ ਅਸੀਂ ਮੀਟਿੰਗ ਦੇ ਪਹਿਲੇ ਗੀਤ ਵੱਲ ਚਾਹਦੇ ਹਾਂ, ਜੋ ਕਿ ਇਸ ਸਕਰੀਨ 'ਤੇ ਆਵੇਗਾ। ਅਤੇ ਆਓ ਇਸ ਗੀਤ ਨਾਲ ਸਾਰੇ ਆਓ ਹੁਣ ਪ੍ਰਾਰਥਨਾ ਵਿੱਚ ਆਈਏ। ਸਵਰਗੀ ਪਿਤਾ ਜੀਉਂਦੇ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤਾਰੀਫ ਵਡਾਈ ਕਰਦੇ ਹਾਂ। ਪ੍ਰਭੂ ਜੀ, ਇਸ ਸਮੇਂ ਸਾਨੂੰ ਤੁਸੀਂ ਇਕੱਠੇ ਕੀਤਾ ਪਿਤਾ ਪਰਮੇਸ਼ਵਰ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਸਾਰੀ ਮੰਡਲੀ ਵੱਲੋਂ। ਪਿਤਾ ਜੀ, ਅਸੀਂ ਜਾਣਦੇ ਹਾਂ ਕਿ ਤੁਹਾਡੇ ਵਚਨ ਜੋ ਤੁਸੀਂ ਸਾਨੂੰ ਦਿੱਤਾ ਪ੍ਰਭੂ ਜੀ, ਇੱਕ ਦੋ ਧਾਰੀ ਤਲਵਾਰ
ਦੇ ਵਾਂਗ ਸਾਡੇ ਉਹ ਜ਼ਿੰਦਗੀਆਂ 'ਚ ਸਾਡੇ ਜੀਵਨ 'ਚ ਕੰਮ ਕਰਦਾ ਪਿਤਾ ਜੀ। ਸਾਨੂੰ ਤੁਸੀਂ ਜਾਂਚ ਰਹੇ ਹੋ, ਸਾਨੂੰ ਤੁਸੀਂ ਪਿਤਾ ਜੀ ਸਾਡੀ ਮਦਦ ਵੀ ਕਰਦੇ ਹੋ ਹਰ ਪਲ। ਪਰ ਮੈਂ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਵਰ, ਬੀਤੇ ਹਫ਼ਤੇ ਜੋ ਵੀ ਭੁੱਲਾਂ ਚੁੱਕਾਂ ਸਾਡੇ ਕੋਲ ਹੋਈਆਂ ਸਾਨੂੰ ਤੁਸੀਂ ਮਾफ़ ਕਰੋ ਪਿਤਾ ਪਰਮੇਸ਼ਵਰ। ਅਤੇ ਸਾਨੂੰ ਤੁਸੀਂ ਅੱਗੇ ਪ੍ਰਭੂ ਜੀ ਆਪਣੇ ਵਿੱਚ ਹੋ ਕੇ ਚੱਲਣ ਸਾਡੀ ਮਦਦ ਤੇ ਸਹਾਇਤਾ ਕਰੋ। ਪਿਆਰੇ ਪ੍ਰਭੂ ਯੀਸ਼ੂ ਮਸੀਹ ਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ, ਤਾਂ ਕਿ ਪ੍ਰਭੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਸਾਨੂੰ ਇੱਕ ਇਹ ਬਹੁਮੁੱਲਾ ਗਿਫਟ ਦਿੱਤਾ, ਤਾਂ ਕਿ ਪ੍ਰਭੂ ਜੀ ਜਿਸ ਦੇ ਦੁਆਰਾ ਇੱਕ ਮਨੁੱਖ ਜਾਤ ਪ੍ਰਭੂ ਜੀ ਤੁਹਾਡੇ ਨਾਲ ਰਿਸ਼ਤਾ ਕਾਇਮ ਕਰ ਸਕਦੀ ਆ। ਬਾਕੀ ਪ੍ਰਭੂ ਜੀ ਮੇਰੀ ਪ੍ਰਾਰਥਨਾ ਵੀ ਜੋ ਵੀ ਸਾਡਾ ਇਸ ਸਮੇਂ ਭਾਈ ਭੈਣ ਜੁੜੇ ਹੋਏ ਆ, ਤੁਸੀਂ ਉਹਨਾਂ ਦੇ ਨਾਲ ਹੋਵੋ, ਉਹਨਾਂ ਨੂੰ ਦਿਲਾਂ ਨੂੰ ਤੁਸੀਂ ਜਾਂਚੋ ਪ੍ਰਭੂ ਜੀ, ਉਹਨਾਂ ਨੂੰ ਸੁਣਨ ਵਾਲੇ ਕੰਨ ਦਿਓ, ਤਾਂ ਕਿ ਜੋ ਵੀ ਤੁਹਾਡਾ ਵਚਨ ਅੱਜ ਦੇ ਦਿਨ ਅੱਜ ਦੀ ਸੁਬਹ ਠਹਿਰਾਇਆ ਗਿਆ ਪ੍ਰਭੂ ਜੀ ਸਾਡੇ ਜੀਵਨ 'ਚ ਉਹ ਕੰਮ ਕਰੇ, ਸਾਨੂੰ ਹਿਲਾਵੇ ਅਤੇ ਸਾਨੂੰ ਪ੍ਰਭੂ ਤੁਹਾਡੇ 'ਚ ਵਧਣ ਅਤੇ ਫੁੱਲਣ 'ਚ ਸਾਨੂੰ ਉਹ ਮਦਦ ਕਰੇ ਪਿਤਾ ਪਰਮੇਸ਼ਵਰ। ਪ੍ਰਾਰਥਨਾ ਕਰਦਾ ਪ੍ਰਭੂ ਜੀ ਜੋ ਵੀ ਇਸ ਸਮੇਂ ਇਸ ਦੁਨੀਆ ਦੇ ਹਾਲਾਤ ਆ, ਕੋਵਿਡ ਪ੍ਰਭੂ ਜੀ ਦੂਸਰੀ ਸਪਾਈਕ ਜਿਸ ਤਰ੍ਹਾਂ ਜਾ ਰਹੀ ਆ, ਬਹੁਤ ਸਾਰੇ ਕੇਸਿਸ ਵੱਧ ਵੀ ਰਹੇ ਪਿਤਾ ਪਰਮੇਸ਼ਵਰ। ਪਰ ਮੇਰੀ ਪ੍ਰਾਰਥਨਾ ਪ੍ਰਭੂ ਜੀ ਇਸ ਸਮੇਂ ਨੂੰ ਲੈ ਕੇ ਤੁਸੀਂ ਪ੍ਰਭੂ ਜੀ ਆਪਣੇ ਲੋਕਾਂ ਨੂੰ ਤੁਸੀਂ ਆਪਣੇ ਵੱਲ ਖਿੱਚੋ। ਬਾਕੀ ਪ੍ਰਭੂ ਜੀ ਜੋ ਵੀ ਵੈਕਸੀਨੇਸ਼ਨ ਲੱਗ ਰਹੀ ਆ, ਜੋ ਵੀ ਵੈਕਸੀਨੇਸ਼ਨ ਹੁਣ ਆ ਰਹੀ ਆ, ਉਹਦੇ ਵਾਸਤੇ ਪ੍ਰਾਰਥਨਾ ਕਰਦਾ ਪ੍ਰਭੂ ਜੀ ਉਹ ਕੰਮ ਕਰੇ, ਲੋਕਾਂ ਵਿੱਚ ਚੰਗੀ ਜ਼ਿੰਦਗੀਆਂ ਜਾਨਾਂ ਬਚਾਈਆਂ ਜਾਣ ਪਿਤਾ ਜੀ। ਪ੍ਰਾਰਥਨਾ ਕਰਦੇ ਪ੍ਰਭੂ ਜੀ ਨਰਸਿਸ ਡਾਕਟਰਸ ਜੋ ਵੀ ਇਸ ਮੁਲਕ ਦੇ ਜਿਹੜੇ ਸ਼ਾਸਕ ਆ, ਜੋ ਵੀ ਚਲਾਉਣ ਵਾਲੇ ਆ, ਤੁਸੀਂ ਉਹਨਾਂ ਨਾਲ ਹੋਵੇ ਪਿਤਾ ਪਰਮੇਸ਼ਵਰ। ਤੁਸੀਂ ਆਪਣੀ ਸਮਝ 'ਤੇ ਬੋਧ ਦਿਓ ਪ੍ਰਭੂ ਜੀ। ਬਾਕੀ ਆਪਣੀ ਮੰਡਲੀ ਦੀਆਂ ਜਿਹੜੀਆਂ ਮੀਟਿੰਗਸ ਵਾਸਤੇ ਪ੍ਰਾਰਥਨਾ ਕਰਦਾ, ਸਾਡੇ ਆਗੂਆਂ ਦੇ ਨਾਲ ਹੋਵੋ ਪ੍ਰਭੂ ਜੀ। ਐਸੇ ਜੋ ਵੀ ਹਫ਼ਤੇ ਦੀਆਂ ਮੀਟਿੰਗਾਂ ਤੁਸੀਂ ਉਹਨਾਂ ਨੂੰ ਚਲਾਉਣ 'ਚ ਮਦਦ ਅਤੇ ਸਹਾਇਤਾ ਕਰੋ। ਬਾਕੀ ਜਿਹੜੀਆਂ ਮੰਡਲੀ ਨੇ ਇੱਥੇ ਲੋਕੀ ਬਿਮਾਰ ਉਹਨਾਂ ਵਾਸਤੇ ਪ੍ਰਾਰਥਨਾ ਕਰਦਾ, ਖਾਸ ਕਰਕੇ ਅੰਕਲ ਸੋਢੀ ਦੇ ਪਰਿਵਾਰ ਵਾਸਤੇ, ਜਿਸ ਤਰ੍ਹਾਂ ਉਹ ਰਿਕਵਰ ਹੋ ਰਹੇ ਆ ਉਹ ਕੋਵਿਡ ਤੋਂ, ਤੁਸੀਂ ਪ੍ਰਭੂ ਜੀ ਉਹਨਾਂ ਨੂੰ ਰਿਕਵਰੀ ਛੇਤੀ ਦਿਓ, ਤਾਂ ਕਿ ਪ੍ਰਭੂ ਜੀ ਉਹ ਆਮ ਜੀਵਨ ਉਹ ਵਿੱਚ ਵਾਪਸ ਆ ਸਕਣ। ਨਛੱਤਰ ਜੋ ਕਿ ਨਿਰੰਦਰ ਆਂਟੀ ਦੀ ਫਰੈਂਡ ਆ, ਉਹਨਾਂ ਵਾਸਤੇ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਵਰ। ਅਤੇ ਚਾਕੋ ਇੰਡੀਆ ਤੋਂ ਉਹਨਾਂ ਦੇ ਅੱਖਾਂ ਦੀ ਜਿਹੜੀ ਸਰਜਰੀ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ। ਬਾਕੀ ਪ੍ਰਭੂ ਜੀ ਇੱਕ ਵਾਰੀ ਫੇਰ ਵਚਨ ਜੋ ਵੀ ਸੁਣਾਇਆ ਜਾਣਾ ਇਸ ਮੀਟਿੰਗ ਵਿੱਚ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਤੁਹਾਡੇ ਵੱਲੋਂ ਹੋਵੇ ਹੀ ਸਾਡੀ ਪ੍ਰਾਰਥਨਾ, ਸਾਡੇ ਜੀਵਨ 'ਚ ਕੰਮ ਕਰੇ, ਸਾਨੂੰ ਸੁਣਨ ਵਾਲੇ ਕੰਨ ਦਿਓ। ਇਹ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦੇ ਹਾਂ, ਆਮੀਨ। ਆਓ ਹੁਣ ਇਸ ਆਉਣ ਵਾਲੇ ਹਫ਼ਤੇ ਦੇ ਨੋਟਿਸਿਸ ਵੱਲ ਚੱਲਦੇ ਹਾਂ। ਅੱਜ ਸ਼ਾਮ ਦੀ ਮੀਟਿੰਗ ਆਮ ਤੌਰ 'ਤੇ ਅਸੀਂ ਇੱਥੇ ਮੀਟਿੰਗ 5 ਵਜੇ ਕਰਦੇ ਹਾਂ ਇਸ ਮੰਡਲੀ ਵਿੱਚ ਚਰਚ ਵਿੱਚ, ਪਰ ਅੱਜ ਸ਼ਾਮ ਦੀ ਮੀਟਿੰਗ ਨਹੀਂ ਹੋਵੇਗੀ ਕਿਉਂਕਿ ਅਸੀਂ ਟੀਅਰ 4 ਵਿੱਚ ਚਲੇ ਗਏ ਹਾਂ। ਭਾਵੇਂ ਕਿ ਸਾਨੂੰ ਇਜਾਜ਼ਤ ਹੈ, ਚਰਚਸ ਖੁੱਲ੍ਹੀਆਂ ਹੋਈਆਂ, ਅਸੀਂ ਮੀਟਿੰਗ ਕਰ ਸਕਦੇ ਹਾਂ, ਪਰ ਜਿਸ ਤਰ੍ਹਾਂ ਵਾਇਰਸ ਬਹੁਤ ਛੇਤੀ ਫੈਲ ਰਿਹਾ, ਤਾਂ ਕਿ ਲੋਕਾਂ ਨੂੰ ਰਿਸਕ ਨਾ ਦਿੱਤਾ ਜਾਵੇ, ਇਸ ਕਰਕੇ ਅੱਜ ਸ਼ਾਮ ਦੀ ਮੀਟਿੰਗ ਜਿਹੜੀ ਆ ਉਹ ਜ਼ੂਮ ਦੇ ਉੱਪਰ ਹੋਵੇਗੀ, ਨਾ ਕਿ ਇਸ ਮੰਡਲੀ ਵਿੱਚ। ਟਿਊਜ਼ਡੇ ਵਾਲੇ ਦਿਨ 7 ਵਜੇ ਪੰਜਾਬੀ ਪ੍ਰੇਅਰ ਮੀਟਿੰਗ ਹੋਵੇਗੀ ਜ਼ੂਮ ਦੇ ਉੱਤੇ, ਅਤੇ ਵੈਨਸਡੇ ਵਾਲੇ ਦਿਨ 7 o'clock ਇੰਗਲਿਸ਼ ਸਪੀਕਰਸ ਵਾਸਤੇ ਮੀਟਿੰਗ ਹੋਵੇਗੀ। ਫਰਾਈਡੇ ਵਾਲੇ ਦਿਨ ਜਿਹੜਾ ਸੰਡੇ ਸਕੂਲ ਹੁੰਦਾ ਉਹ ਨਹੀਂ ਹੋਵੇਗਾ, ਦੁਬਾਰਾ ਫਿਰ ਤੋਂ ਜਿਹੜਾ ਸੰਡੇ ਸਕੂਲ ਸ਼ੁਰੂ ਹੋਣਾ ਉਹ 15 ਜਨਵਰੀ ਤੋਂ। ਅਤੇ ਫਿਰ ਅਗਲੇ ਹਫ਼ਤੇ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ 11 ਵਜੇ ਫਿਰ ਇਸ ਔਨਲਾਈਨ ਮੀਟਿੰਗ ਵਿੱਚ ਅਸੀਂ ਇਕੱਠੇ ਹੋਵਾਂਗੇ, ਅਤੇ ਸ਼ਾਮੀ 5 ਵਜੇ ਦੀ ਮੀਟਿੰਗ ਜ਼ੂਮ ਦੇ ਉੱਪਰ ਹੋਵੇਗੀ। ਆਓ ਹੁਣ ਵਚਨ ਵੱਲ ਚੱਲਦੇ ਹਾਂ। ਅੱਜ ਦਾ ਵਚਨ ਲਿਆ ਗਿਆ ਹੈ 2 ਕੁਰਿੰਥੀਆਂ ਉਹਦਾ 12ਵਾਂ ਅਧਿਆਇ 1 ਤੋਂ 10 ਆਇਤ ਤੱਕ। 2 ਕੁਰਿੰਥੀਆਂ ਉਹਦੀ 12ਵਾਂ ਅਧਿਆਇ 1 ਤੋਂ 10 ਆਇਤ ਤੱਕ। ਮੈਨੂੰ ਤਾਂ ਅਪਮਾਨ ਕਰਨਾ ਹੀ ਹੈ, ਭਾਵੇਂ ਮੇਰੇ ਲਈ ਲਾਭਵੰਤ ਨਹੀਂ, ਪਰ ਮੈਂ ਹੁਣ ਪ੍ਰਭੂ ਦੇ ਦਰਸ਼ਨਾਂ ਅਤੇ ਪ੍ਰਕਾਸ਼ ਬਾਣੀ ਦੇ ਵਰਣਨ ਉੱਤੇ ਆਇਆ ਹਾਂ। ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ 14 ਵਰ੍ਹੇ ਬੀਤੇ ਕਿ ਸਰੀਰ ਸਹਿਮਤ ਮੈਂ ਨਹੀਂ ਜਾਣਦਾ, ਕਿ ਸਰੀਰ ਰਹਿਮਤ ਮੈਂ ਨਹੀਂ ਜਾਣਦਾ, ਪਰਮੇਸ਼ਵਰ ਜਾਣੇ। ਅਜਿਹਾ ਮਨੁੱਖ ਤੀਜੇ ਆਕਾਸ਼ ਉੱਤੇ ਅਚਾਨਕ ਖਿੱਚਿਆ ਗਿਆ, ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ, ਭਈ ਉਹ ਕੀ ਸਰੀਰ ਦੇ ਨਾਲ ਕੀ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ਵਰ ਜਾਣੇ। ਫਿਰਦੌਸ ਉੱਤੇ ਅਚਾਨਕ ਖਿੱਚਿਆ ਗਿਆ, ਅਤੇ ਉਹਨੇ ਉਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ, ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਨੂੰ ਯੋਗ ਨਹੀਂ। ਅਜਿਹੇ ਮਨੁੱਖ ਉੱਤੇ ਮੈਂ ਅਪਮਾਨ ਕਰਾਂਗਾ, ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਬਾਝੋਂ ਅਪਮਾਨ ਨਹੀਂ ਕਰਾਂਗਾ, ਕਿਉਂਕਿ
ਜੇ ਮੈਂ ਅਪਮਾਨ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ, ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ, ਅਜਿਹਾ ਨਾ ਹੋਵੇ ਭਈ ਕੋਈ ਮੈਨੂੰ ਉਸ ਤੋਂ ਵਧੀਕ ਨਾ ਸਮਝ ਲਏ ਜੋ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ। ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀ ਤੋਂ ਬਹੁਤਿਆਂ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ। ਮੇਰੇ ਸਰੀਰ ਵਿੱਚ ਇਹ ਕੰਡਾ ਚੁੱਭਿਆ ਗਿਆ, ਅਰਥਾਤ ਸ਼ੈਤਾਨ ਦਾ ਘੱਲਿਆ ਹੋਇਆ ਭਾਈ, ਉਹ ਮੈਨੂੰ ਹੂਰੇ ਮਾਰੇ ਅਤੇ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ। ਇਹਦੇ ਲਈ ਮੈਂ ਪ੍ਰਭੂ ਦੇ ਅੱਗੇ 3 ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ। ਅਤੇ ਉਹਨੇ ਮੈਨੂੰ ਆਖਿਆ ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਮਰਥਾ ਨਿਰਬਲਤਾਈ ਵਿੱਚ ਪੂਰੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਆਨੰਦ ਨਾਲ ਅਪਮਾਨ ਕਰਾਂਗਾ, ਤਾਂ ਜੋ ਮਸੀਹ ਦੀ ਸਮਰਥਾ ਉੱਤੇ ਸਾਇਆ ਕਰੇ। ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ ਪ੍ਰਸੰਨ ਹਾਂ, ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ। ਆਮੀਨ। ਆਓ ਇਸ ਤੋਂ ਪਹਿਲਾਂ ਕਿ ਪ੍ਰਭੂ ਦਾਸ ਸਾਡੇ ਲੱਗੇ ਵਚਨ ਲੈ ਕੇ ਆਵੇ, ਅਸੀਂ ਇਸ ਮੀਟਿੰਗ ਦੇ ਅਗਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਸਕਰੀਨ 'ਤੇ ਆਵੇਗਾ। Every New Year's Day we have a service at church, but this is the first year we couldn't do that. ਹਰੇਕ ਨਵੇਂ ਸਾਲ ਸਵੇਰ ਨੂੰ ਸਾਡੀ ਮੀਟਿੰਗ ਹੁੰਦੀ ਚਰਚ ਦੇ ਵਿੱਚ, ਪਰ ਪਹਿਲਾ ਸਾਲ ਆ ਜਦੋਂ ਅਸੀਂ ਕਰ ਨਹੀਂ ਸਕੇ। So this is the first service of 2021, a new year. 2021 ਨਵੇਂ ਸਾਲ ਦੇ ਦਿਨ
ਅੱਜ ਪਹਿਲੀ ਮੀਟਿੰਗ ਆ। So let me take this opportunity of wishing you a blessed and Christ-centered new year. ਅਸੀਂ ਮੌਕਾ ਉਠਾਉਂਦੇ ਹਾਂ ਸਾਰਿਆਂ ਨੂੰ ਇਸ ਨਵੇਂ ਸਾਲ ਦੀ ਮੁਬਾਰਕਬਾਦ ਦੇਣ ਦਾ ਤੇ ਪ੍ਰਭੂ ਇਸ ਸਾਲ ਦੇ ਦਰਮਿਆਨ ਹੋਵੇ। And also, on behalf of my wife, Geeta, and I want to take this opportunity of thanking the members of Emmanuel Church ਭਾਈ ਜੋਜ ਭੈਣ ਗੀਤਾ ਵੱਲੋਂ ਇਹ ਮੌਕਾ ਉਠਾਉਂਦੇ ਹੈਗੇ ਆ ਇਮਾਨੂਅਲ ਚਰਚ ਦੇ ਭਰਾਵਾਂ ਭੈਣਾਂ ਦਾ ਧੰਨਵਾਦ ਕਰਨ ਦੇ ਲਈ for their love, encouragement, their support, and most of all, for their prayers in 2020. ਪਿਆਰ ਦੇ ਲਈ, ਹੌਸਲੇ ਦੇ ਲਈ, ਤਸੱਲੀ ਦੇ ਲਈ, ਔਰ ਸਭ ਤੋਂ ਵੱਧ ਕੇ ਪ੍ਰਾਰਥਨਾਵਾਂ ਦੇ ਲਈ ਜਿਹੜੀ ਕੀਤੀਆਂ ਗਈਆਂ ਪਿਛਲੇ ਸਾਲ ਦੇ ਵਿੱਚ। And 2020 has been a strange year, a very difficult year. 2020 ਬਹੁਤ ਅਜੀਬ ਸਾਲ ਸੀਗਾ। And every year we have a motto verse for the church. ਹਰੇਕ ਸਾਲ ਸਾਡੇ ਕੋਲ ਨਵੀਂ ਸਾਲਾਨਾ ਆਇਤ ਹੁੰਦੀ ਮੰਡਲੀ ਦੇ ਲਈ। And last year was the beginning also of a new decade. ਪਿਛਲੇ ਸਾਲ ਵੀ ਨਵੇਂ 10 ਸਾਲਾਂ ਦੀ ਸ਼ੁਰੂਆਤ ਸੀਗੀ। And our motto verse was this: ਸਾਡੀ ਆਇਤ ਕਿਹੜੀ ਸੀ ਪਿਛਲੇ ਸਾਲ ਦੀ? the whole body working properly makes the body grow. ਸਾਰਾ ਜਿਸਮ ਰਲ ਕੇ ਕੰਮ ਕਰਦਾ ਤੇ ਮੰਡਲੀ ਵੱਧਦੀ ਫੁੱਲਦੀ ਹੈਗੀ ਆ। And it was taken from Ephesians chapter 4 and verse 16. ਇਫਸੀਆਂ 4:16 ਵਿੱਚੋਂ ਆਇਤ ਲਈ ਗਈ ਸੀਗੀ। So the goal for us was to make the body grow, ਸਾਡਾ ਨਿਸ਼ਾਨ ਸੀਗਾ ਕਿ ਜਿਸਮ ਜਿਹੜਾ ਹੈਗਾ ਉਹ ਵਧੇ। to make the church grow through evangelism and through encouraging each other that we may grow spiritually. ਮੰਡਲੀ ਵਧੇ, ਮੰਡਲੀ ਤਰੱਕੀ ਕਰੇ ਤਾਂ ਕਿ ਮਨਾਦੀ ਦੁਆਰਾ ਇੱਕ ਦੂਸਰੇ ਨੂੰ ਸਹਾਰਾ ਦੇਣ ਦੇ ਦੁਆਰਾ ਪ੍ਰਾਰਥਨਾਵਾਂ ਦੇ ਦੁਆਰਾ ਮੰਡਲੀ ਅੱਗੇ ਵਧੇ। But then COVID came, ਪਰ ਕੋਵਿਡ ਆ ਗਿਆ, March came, ਮਾਰਚ ਦਾ ਮਹੀਨਾ, lockdown came, ਲੋਕਡਾਊਨ ਆ ਗਿਆ, isolation came, ਇਕੱਲੇ ਰਹਿਣਾ ਆ ਗਿਆ, death came. ਮੌਤ ਆ ਗਈ। Churches couldn't meet in person. ਮੰਡਲੀਆਂ ਮਿਲ ਨਹੀਂ ਸਕੀਆਂ ਆਪਸ ਦੇ ਵਿੱਚ। We couldn't function properly as a body, as a church. ਜਿਸਮ ਰਲ ਕੇ ਕੰਮ ਨਹੀਂ ਕਰ ਸਕਿਆ, ਮੰਡਲੀ ਰਲ ਕੇ ਕੰਮ ਨਹੀਂ ਕਰ ਸਕੀ। Zoom came. ਜੂਨ ਆ ਗਿਆ, Zoom So- online meetings. ਸੌਰੀ ਜ਼ੂਮ ਆ ਗਿਆ। We lost key people. ਬਹੁਤ ਸਾਰੇ ਚਲੇ ਗਏ ਸਾਡੇ ਵਿੱਚੋਂ। Others caught the virus and made a full recovery. ਕਈਆਂ ਨੂੰ ਇਹ ਬਿਮਾਰੀ ਲੱਗੀ ਔਰ ਠੀਕ ਹੋ ਗਏ। And as a church, we prayed like never before. ਮੰਡਲੀ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਜਿੱਦਾਂ ਪਹਿਲਾਂ ਕਦੇ ਪ੍ਰਾਰਥਨਾ ਨਾ ਕੀਤੀ ਹੋਵੇ। So although we couldn't function fully as a body, ਬੇਸ਼ੱਕ ਜਿਸਮ ਹੋ ਕੇ ਅਸੀਂ ਰਲ ਕੇ ਸਾਰੇ ਕੰਮ ਨਹੀਂ ਕਰ ਸਕੇ ਜਿੱਦਾਂ ਚਾਹੀਦਾ ਸੀਗਾ। the Lord knew this. ਪ੍ਰਭੂ ਜਾਣਦਾ ਸੀਗਾ। And we did pull together and we prayed. ਰਲ ਕੇ ਅਸੀਂ ਪ੍ਰਾਰਥਨਾ ਦੇ ਨਾਲ ਅਸੀਂ ਸਾਰਾ ਸਾਲ ਬਿਤਾਇਆ। Everyone prayed. ਸਾਰਿਆਂ ਨੇ ਪ੍ਰਾਰਥਨਾ ਕੀਤੀ। And that's how we were able to help each other as a body. ਇਸ ਤਰ੍ਹਾਂ ਅਸੀਂ ਇੱਕ ਦੂਸਰੇ ਦੀ ਮਦਦ ਕਰ ਸਕੇ, ਇੱਕ ਜਿਸਮ ਹੋ ਕੇ, ਇੱਕ ਦੇਹ ਹੋ ਕੇ। Others helped in other ways. ਬਹੁਤ ਸਾਰਿਆਂ ਨੇ ਕਈ ਤਰ੍ਹਾਂ ਨਾਲ ਮਦਦ ਕੀਤੀ। Many worked behind the scenes ਕਈ ਜਿਹੜੇ ਹੈਗੇ ਆ ਪਰਦੇ ਪਿੱਛੇ ਕੰਮ ਕਰਦੇ ਸੀਗੇ to bring these online services to you. ਤਾਂ ਕਿ ਅਸੀਂ ਜਿਹੜੀ ਮੀਟਿੰਗਾਂ ਹੈਗੀਆਂ ਇਹ ਤੁਹਾਡੇ ਤੱਕ ਪਹੁੰਚ ਸਕਣ। And so we are grateful for everybody who's not seen, who's working behind the scenes, they've worked hard and helped in other ways. ਜਿਨ੍ਹਾਂ ਨੂੰ ਤੁਸੀਂ ਦੇਖ ਨਹੀਂ ਸਕਦੇ ਹੈਗੇ, ਜਿਨ੍ਹਾਂ ਨੇ ਕੰਮ ਕੀਤਾ ਹੈਗਾ, ਮਿਹਨਤ ਕੀਤੀ ਹੈਗੀ ਆ, ਜਿਹਦੇ ਦੁਆਰਾ ਮੀਟਿੰਗਾਂ ਤੁਹਾਡੇ ਤੱਕ ਪਹੁੰਚ ਸਕੀਆਂ ਹੈਗੀਆਂ, ਅਸੀਂ ਸਾਰੇ ਉਹਨਾਂ ਭਰਾਵਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ। And so all the glory goes to the Lord, ਸਾਰੀ ਮਹਿਮਾ ਪਰਮੇਸ਼ਵਰ ਨੂੰ ਜਾਂਦੀ ਆ, who gave us energy, strength and wisdom. ਪ੍ਰਭੂ ਨੇ ਸਾਨੂੰ ਬੁੱਧੀ ਦਿੱਤੀ, ਅਕਲ ਦਿੱਤੀ, ਤਾਕਤ ਦਿੱਤੀ ਤਾਂ ਕਿ ਅਸੀਂ ਕਰ ਸਕੀਏ। Now the motto verse for 2021 ਹੁਣ 2021 ਦੇ ਲਈ ਜਿਹੜੀ ਸਾਲਾਨਾ ਆਇਤ ਹੈਗੀ ਆ is taken from 2 Corinthians chapter 12 and verse 9. ਉਹ ਲੈ ਗਏ ਹੈਗੇ 2 ਕੋਰਿੰਥੀਆਂ 12 ਚੈਪਟਰ 9ਵੀਂ ਆਇਤ। And this is what the verse says, and I'm not sure whether you can see this. ਤੁਸੀਂ ਦੇਖ ਸਕਦੇ ਪਰ ਕੀ ਲਿਖਿਆ ਹੈਗਾ। It says, "My grace is sufficient for you, for my strength is made perfect in weakness." मेरा फजल तेरे लिए काफ़ी है क्योंकि मेरी कुदरत कमज़ोरी में पूरी होती है। Let me repeat that. फिर दोहराइए इस आयत को। My grace is sufficient for you, for my strength is made perfect in weakness. मेरा फजल तेरे लिए काफ़ी है क्योंकि मेरी कुदरत कमज़ोरी में पूरी होती है। Now every year we hand these verses out like this. हर एक साल ਅਸੀਂ ਆਇਤਾਂ ਵੰਡਦੇ ਹੈਗੇ ਆ। Unfortunately,
They are stuck in Germany at the moment because of the problem with the Channel Tunnel. ਚੈਨਲ ਟਨਲ ਕਰਕੇ ਇਹ ਆਏ ਤਾਂ ਜਿਹੜੇ ਹੈਗੇ ਹੈ ਜਰਮਨੀ ਦੇ ਵਿੱਚ ਹੈਗੀਆਂ ਉੱਥੇ। This is just a sample I made at home. ਇਹ ਭਾਈ ਨੇ ਘਰ ਬਣਾਇਆ ਸੀਗਾ ਇੱਕ ਨਮੂਨਾ। But hopefully, when they're printed and the tunnel is working properly, we can get them to you. ਜਦੋਂ ਛਪੂਗੀਆਂ ਇਹ ਆਏ ਤਾਂ ਜਦੋਂ ਸਾਰਾ ਕੰਮ ਮੁੜ ਕੇ ਠੀਕ ਹੋਊਗਾ ਤੇ ਬਹੁਤ ਜਲਦੀ ਅਸੀਂ ਤੁਹਾਡੇ ਕੋਲ ਪਹੁੰਚਾਵਾਂਗੇ। But this verse is very appropriate. ਪਰ ਇਹ ਆਇਤ ਬਹੁਤ ਵਾਜਬ ਹੈਗੀ ਆ। It would have been appropriate in 2020. ਪਿਛਲੇ ਸਾਲ ਇਹ ਆਇਤ ਬੜੀ ਜ਼ਰੂਰੀ ਹੋਣੀ ਸੀ ਸਾਡੇ ਲਈ। And I'm sure it'll be appropriate in 2021. 2021 ਦੇ ਵਿੱਚ ਅੱਜ ਵੀ ਜ਼ਿਆਦਾ ਉਨੀ ਜ਼ਰੂਰੀ ਹੈਗੀ ਆ। Jesus is speaking here. ਪ੍ਰਭੂ ਯਿਸੂ ਮਸੀਹ ਬੋਲ ਰਿਹਾ। He's saying, my grace is sufficient for you. ਪ੍ਰਭੂ ਕਹਿੰਦੇ ਕਿ ਮੇਰਾ ਫਜ਼ਲ ਤੁਹਾਡੇ ਲਈ ਕਾਫੀ ਆ। For my strength is made perfect in your weakness. ਮੇਰੀ ਕੁਦਰਤ ਤੁਹਾਡੀ ਕਮਜ਼ੋਰੀ ਵਿੱਚ ਪੂਰੀ ਹੁੰਦੀ ਆ। So let's break this verse down so that we can understand it properly. ਇਸ ਆਇਤ ਨੂੰ ਅਸੀਂ ਦੇਖੀਏ ਖੋਲ ਕੇ ਤਾਂ ਕਿ ਅਸੀਂ ਇਹਨੂੰ ਸਮਝ ਸਕੀਏ। And we can apply it to our lives in 2021. ਆਪਣੀ ਜ਼ਿੰਦਗੀਆਂ ਵਿੱਚ ਅਸੀਂ ਇਸ ਆਇਤ ਨੂੰ ਲਾ ਸਕੀਏ ਇਸ ਨਵੇਂ ਸਾਲ ਦੇ So ਵਿੱਚ। that we know what it means when Paul says, my grace, or Jesus says, my grace is sufficient for ਤਾਂ you. ਕਿ ਅਸੀਂ ਜਾਣੀਏ ਜਦੋਂ ਪ੍ਰਭੂ ਨੇ ਕਿਹਾ ਹੈਗਾ ਕਿ ਮੇਰਾ ਫਜ਼ਲ ਤੁਹਾਡੇ ਲਈ ਕਾਫੀ ਆ। Firstly then, ਪਹਿਲੀ ਗੱਲ what was Paul's weakness? ਕੀ ਸੀ ਕਿ ਕਮਜ਼ੋਰੀ ਪੌਲਸ ਦੀ? Jesus here in the verse ਇੱਥੇ ਪ੍ਰਭੂ ਯਿਸੂ ਮਸੀਹ ਆਇਤ ਦੇ ਵਿੱਚ says, my grace is sufficient for you, for my strength is made perfect in weakness. ਕਹਿੰਦੇ ਕਿ ਮੇਰਾ ਫਜ਼ਲ ਤੁਹਾਡੇ ਲਈ ਕਦੋਂ ਕਾਫੀ ਹੈਗਾ? ਉਦੋਂ ਜਦੋਂ ਕਿ ਮੇਰੀ ਕੁਦਰਤ ਕਹਿੰਦੇ ਤੁਹਾਡੀ ਕਮਜ਼ੋਰੀ ਵਿੱਚ ਪੂਰੀ ਹੁੰਦੀ ਆ। Paul, my grace is sufficient for you in your weakness. ਪੌਲਸ ਜਦੋਂ ਤੂੰ ਕਮਜ਼ੋਰ ਹੁੰਦਾ ਨਾ ਉਸ ਵੇਲੇ ਮੇਰੀ ਕੁਦਰਤ ਤੇਰੇ ਵਿੱਚ ਪੂਰੀ ਹੁੰਦੀ ਆ। Now, what was Paul's weakness? ਪੌਲਸ ਦੀ ਕਮਜ਼ੋਰੀ ਕੀ ਸੀਗੀ? Well, Paul in chapter 12 and verse 7 12 ਚੈਪਟਰ 7ਵੇਂ ਆਇਤ ਦੇ ਵਿੱਚ speaks of a thorn in the flesh, ਪੌਲਸ ਕਹਿੰਦਾ ਕਿ ਉਹਦੇ ਜਿਸਮ ਦੇ ਵਿੱਚ ਇੱਕ ਕੰਡਾ ਚੁੱਭ ਗਿਆ। which he says was given to him. ਉਹ ਕੰਡਾ ਕਹਿੰਦੇ ਮੈਨੂੰ ਦਿੱਤਾ ਗਿਆ। Now, what was this thorn in the flesh? ਇਹ ਜਿਸਮ ਵਿੱਚ ਕੰਡਾ ਕਿਹੜਾ ਸੀਗਾ? Now, over the centuries, there's been a lot of speculation as to what this thorn is. ਪਿਛਲੇ ਸਦੀਆਂ ਤੋਂ ਬਹੁਤ ਇਸ ਗੱਲ ਉੱਤੇ ਬਹਿਸ ਹੋ ਚੁੱਕੀ ਹੈਗੀ ਕਿ ਕੰਡਾ ਕੀ ਹੋ ਸਕਦਾ ਹੈਗਾ। The word thorn ਕੰਡਾ ਜਿਹੜਾ ਲਫ਼ਜ਼ ਹੈਗਾ means either a stake which can be pegged into the ground, ਜਾਂ ਤੇ ਉਹ ਚੀਜ਼ ਹੈਗੀ ਜਿਹੜੀ ਜ਼ਮੀਨ ਦੇ ਵਿੱਚ ਗੱਡੀ ਜਾਂਦੀ ਆ, or like a splinter or a thorn ਜਾਂ ਇੱਕ ਕੰਡਾ ਲੱਗ ਜਾਂਦਾ ਹੈਗਾ ਜਾਂ ਕਿ ਸ਼ਲਤ ਲੱਗ ਜਾਂਦੀ ਹੈਗੀ ਆ। that constantly causes pain and irritation. ਲਗਾਤਾਰ ਜਿਹੜੀ ਤਕਲੀਫ ਦਿੰਦੀ ਹੈ, ਲਗਾਤਾਰ ਜਿਹੜੀ ਸਾਡੇ ਚੁੱਭਦੀ ਆ। The word here is used in both ways. ਦੋ ਲਫ਼ਜ਼ ਇਸ ਲਫ਼ਜ਼ ਦੇ ਦੋ ਮਾਇਨੇ ਆ। It's something sharp ਤੇ ਕੋਈ ਤਿੱਖੀ ਚੀਜ਼ ਹੈਗੀ ਆ, and painful, ਦਰਦਨਾਕ ਚੀਜ਼ which sticks deeply in the flesh and it causes a lot of pain. ਉਹ ਤਿੱਖੀ ਚੀਜ਼ ਜਿਹੜੇ ਸਾਡੇ ਜਿਸਮ ਦੇ ਵਿੱਚ ਸਾਡੇ ਮਾਸ ਵਿੱਚ ਚੁੱਭਦੀ ਹੈਗੀ ਆ, ਔਰ ਜਦੋਂ ਅਸੀਂ ਹਿਲਦੇ ਆ ਉਹ ਸਾਨੂੰ ਦਰਦ ਦਿੰਦੀ ਹੈ, ਸਾਨੂੰ ਤਕਲੀਫ ਦਿੰਦੀ ਆ। It caused Paul a lot of frustration. ਪੌਲਸ ਨੂੰ ਬੜੀ ਤਕਲੀਫ ਸੀ ਇਸ ਗੱਲ ਦੀ। It drained him of energy ਉਹਦੀ ਤਾਕਤ ਜਾਂਦੀ ਸੀਗੀ and it caused him to be pegged down. ਔਰ ਉਹ ਬੰਨਿਆ ਜਾਂਦਾ ਸੀਗਾ ਥੱਲੇ। Paul says in verse 7 7ਵੇਂ ਵਿੱਚ ਪੌਲਸ ਕਹਿੰਦਾ that it was a messenger of Satan sent to buffet me. ਕਹਿੰਦਾ ਸ਼ੈਤਾਨ ਦਾ ਕਾਸਦ ਸੀਗਾ ਜਿਹੜਾ ਭੇਜਿਆ ਗਿਆ ਸੀਗਾ ਤਾਂ ਕਿ ਉਹਨੂੰ ਮੁੱਕੇ ਮਾਰੇ। The word buffet, quite accurately as it says in the Hindi, means to strike a fist, ਮੁੱਕੇ ਮਾਰਨਾ। ਮੁੱਕੇ ਮਾਰਨ ਦਾ ਸਾਨੂੰ ਪਤਾ ਕੀ ਮਤਲਬ ਹੈਗਾ। to beat, ਮੁੱਕੇ ਮਾਰਨਾ, ਕੁੱਟਣਾ, or to torment. ਕਿਸੇ ਨੂੰ ਸਤਾਉਣਾ। This idea ਇਹ ਜਿਹੜੀ ਸੋਚ ਹੈਗੀ ਆ is of a sharp and painful thing sticking deeply in the flesh. ਇੱਕ ਤਿੱਖੀ ਚੀਜ਼ ਜਿਹੜੀ ਜਿਸਮ ਵਿੱਚ ਡੂੰਘੀ ਖੂਬੀ ਹੈਗੀ ਆ ਤਾਂ ਕਿ ਨਿੱਕੀ ਜਿਹੀ ਗੱਲ ਤੋਂ ਸਾਨੂੰ ਉਹ ਬਾਰ-ਬਾਰ ਤਕਲੀਫ ਦਿੰਦੀ ਆ। So that it remains there and causes a lot of torment and pain. ਜਿੰਨਾ ਚਿਰ ਰਹਿੰਦੀ ਆ ਸਾਡੇ ਜਿਸਮ ਦੇ ਵਿੱਚ ਉਹ ਸਾਨੂੰ ਤਕਲੀਫ ਦਿੰਦੀ ਜਾਂਦੀ ਆ। So what was it ਕੀ ਸੀਗੀ ਇਹ that caused Paul to feel such torment and frustration? ਕਿਹੜੀ ਚੀਜ਼ ਸੀਗੀ ਜਿਹੜੀ ਪੌਲਸ ਨੂੰ ਸਤਾਉਂਦੀ ਸੀਗੀ, ਉਹਨੂੰ ਦੁਖੀ ਕਰਦੀ ਸੀਗੀ,
ਉਹਨੂੰ ਬਾਰ-ਬਾਰ ਤੰਗ ਕਰਦੀ ਸੀਗੀ। As I've said, there's a lot of speculation over this over the centuries. ਜਿਵੇਂ ਕਹਿ ਚੁੱਕੇ ਹਾਂ ਕਿ ਪਿਛਲੇ ਸਦੀਆਂ ਤੋਂ ਬਹੁਤ ਇਸ ਗੱਲ ਤੇ ਵਾਦ ਵਿਵਾਦ ਹੋ ਚੁੱਕਿਆ ਹੈਗਾ। Some say that this was persecution that Paul suffered. ਕਈ ਕਹਿੰਦੇ ਕਿ ਪੌਲਸ ਬਹੁਤ ਜ਼ਿਆਦਾ ਸਤਾਇਆ ਗਿਆ ਸੀਗਾ। Some say this was temptation that he experienced. ਕਈ ਕਹਿੰਦੇ ਅਜ਼ਮਾਇਸ਼ ਸੀਗੀ ਜਿਹੜੀ ਬਾਰ-ਬਾਰ ਉਹ ਤੇ ਆਉਂਦੀ ਸੀਗੀ, Because it says a thorn in the flesh. ਕਿਉਂਕਿ ਜਿਸਮ ਦਾ ਕੰਡਾ ਕਿਹਾ ਗਿਆ ਹੈਗਾ। And that word flesh in the Bible sometimes can mean our sinful nature. ਜਿਸਮ ਕੀ ਹੈਗਾ? ਸਾਡਾ ਜਿਹੜਾ ਪਾਪੀ ਸੁਭਾਅ ਸਾਡਾ ਹੈਗਾ। Some say it was a speech defect that Paul had. ਕਈ ਕਹਿੰਦੇ ਕਿ ਸ਼ਾਇਦ ਪੌਲਸ ਨੂੰ ਬੋਲਣ ਦੇ ਵਿੱਚ ਕੋਈ ਤਕਲੀਫ ਹੁੰਦੀ ਹੋਵੇ। That Paul had a stutter or a stammer. ਸ਼ਾਇਦ ਪੌਲਸ ਤਤਲਾ ਕੇ ਬੋਲਦਾ ਹੋਵੇ, ਸ਼ਾਇਦ ਪੌਲਸ ਨੂੰ ਬੋਲਣ ਦੇ ਵਿੱਚ ਤਕਲੀਫ ਹੋਵੇ, So his speech was not eloquent. ਤਾਂ ਕਿ ਪੌਲਸ ਬਹੁਤ ਸਫਾਈ ਦੇ ਨਾਲ ਅੱਛੀ ਤਰ੍ਹਾਂ ਨਹੀਂ ਬੋਲ ਸਕਦਾ ਸੀਗਾ। Some say that it was a disorder of the eyes. ਕਈ ਕਹਿੰਦੇ ਉਹਦੀ ਅੱਖਾਂ ਖਰਾਬ ਸੀਗੀਆਂ। Because in Galatians chapter 4, verse 13 through to 15, ਗਲਾਤੀਆਂ 3:4 ਤੋਂ 15 ਦੇ ਵਿੱਚ 14 ਤੋਂ 15 ਵਿੱਚ Paul says, you know of my physical infirmities. ਪੌਲਸ ਕਹਿੰਦਾ ਤੁਸੀਂ ਜਾਣਦੇ ਕਿ ਮੇਰੇ ਜਿਸਮ ਵਿੱਚ ਜਿਹੜੀ ਕਮਜ਼ੋਰੀਆਂ ਹੈਗੀਆਂ। And Paul says in Galatians chapter 4 and verse 15, ਗਲਾਤੀਆਂ 4:15 ਵਿੱਚ ਪੌਲਸ ਕਹਿੰਦਾ for I bear witness that if possible you would have plucked out your eyes and given them to me. ਕਹਿੰਦਾ ਪੌਲਸ ਕਹਿੰਦਾ ਕਿ ਮੈਂ ਜਾਣਦਾ ਕਿ ਜੇ ਮੁਮਕਿਨ ਹੁੰਦਾ, ਜੇ ਹੋ ਸਕਦਾ, ਤੁਸੀਂ ਆਪਣੀਆਂ ਅੱਖਾਂ ਕੱਢ ਕੇ ਵੀ ਮੈਨੂੰ ਦੇ ਦਿੰਦੇ। So Paul is saying here ਪੌਲਸ ਇੱਥੇ ਕਹਿ ਰਿਹਾ that there was some infirmity with the eyes. ਸ਼ਾਇਦ ਉਹਦੀ ਅੱਖਾਂ ਵਿੱਚ ਕੋਈ ਕਮਜ਼ੋਰੀ ਹੋਵੇ। And because of your love for me, you would have given your eyes to me. ਕਹਿੰਦਾ ਕਿਉਂਕਿ ਅੱਖਾਂ ਕਮਜ਼ੋਰੀ ਹੈਗੀ ਇਸ ਕਰਕੇ ਕਹਿੰਦਾ ਮੈਨੂੰ ਪਤਾ ਕਿ ਤੁਹਾਡੇ ਬਸ ਦੀ ਗੱਲ ਹੁੰਦੀ ਤਾਂ ਤੁਸੀਂ ਆਪਣੇ ਅੱਖਾਂ ਕੱਢ ਕੇ ਵੀ ਮੈਨੂੰ ਦੇ ਦਿੰਦੇ। And so they say this is what Paul's thorn in the flesh was. ਕਈ ਕਹਿੰਦੇ ਕਿ ਸ਼ਾਇਦ ਇਹ ਕੰਡਾ ਹੋਵੇ ਜਿਸਮ ਵਿੱਚ ਪੌਲਸ ਦਾ। Some say it was some type of emotional problem ਕਈ ਕਹਿੰਦੇ ਆ ਕਿ ਕੋਈ ਜਜ਼ਬਾਤੀ ਉਹਦੀ ਮੁਸ਼ਕਿਲ ਸੀਗੀ। that Paul suffered from time to time from bouts of depression ਪੌਲਸ ਕਈ ਦਫਾ ਬਹੁਤ ਦੁਖੀ ਹੋ ਜਾਂਦਾ ਸੀਗਾ, or feelings of insecurity. ਸੋਚੇਗਾ ਕਿ ਮੈਂ ਇਕੱਲਾ ਰਹਿ ਗਿਆ। Some say it could have been malaria, ਕਈ ਕਹਿੰਦੇ ਸ਼ਾਇਦ ਮਲੇਰੀਆ ਹੋਵੇ, gallstones which are painful, ਕੋਈ ਉਹਦੀ ਜਿਸਮ ਵਿੱਚ ਕੋਈ ਪੱਥਰੀ ਹੋਵੇ ਉਹਦੇ ਅੰਦਰ, gout or arthritic pains, ਦਰਦ ਹੋਵੇ, ਜੋੜਾਂ ਦਾ ਦਰਦ ਹੋਵੇ, headaches, ਸਿਰੋਂ ਦਾ ਦੁਖਦਾ ਰਹਿੰਦਾ ਹੋਵੇ, earaches. ਕੰਨਾਂ ਦਾ ਦਰਦ ਹੋਵੇ। And so the speculation goes on and on. ਇਸ ਕਰਕੇ ਬਹੁਤ ਇਸ ਗੱਲ ਦੇ ਬਾਰੇ ਬਹੁਤ ਵਾਦ ਵਿਵਾਦ ਹੋ ਚੁੱਕਿਆ ਹੈਗਾ। What is the answer? ਜਵਾਬ ਕੀ ਹੈਗਾ? The answer is very easy. ਜਵਾਬ ਬਹੁਤ ਸੌਖਾ ਆ। We just don't know ਸਾਨੂੰ ਨਹੀਂ ਪਤਾ। what this was. ਇਹ ਜਵਾਬ ਹੈਗਾ ਕਿ ਸਾਨੂੰ ਨਹੀਂ ਪਤਾ ਉਹਦੀ ਤਕਲੀਫ ਕੀ ਸੀਗੀ। It certainly seems to be some type of physical pain ਜੋ ਵੀ ਸੀਗੀ ਇਹ ਤਾਂ ਪਤਾ ਨਾ ਕਿ ਉਹਦਾ ਜਿਸਮਾਨੀ ਦਰਦ ਸੀਗਾ that really knocked Paul around. ਜਿਹਦੇ ਕਰਕੇ ਪੌਲਸ ਨੂੰ ਬੜੀ ਤਕਲੀਫ ਹੁੰਦੀ ਸੀਗੀ। It tormented him. It hindered him at times ਉਹ from ਸਤਾਇਆ serving ਜਾਂਦਾ ਸੀਗਾ। Christ and made him feel weak and feeble. ਉਹ ਸਤਾਇਆ ਜਾਂਦਾ ਸੀਗਾ, ਉਹਨੂੰ ਤਕਲੀਫ ਸੀਗੀ, ਉਹਨੂੰ ਰੁਕਾਵਟ ਪੈਂਦੀ ਸੀ ਉਹਦੀ ਸੇਵਾ ਦੇ ਵਿੱਚ। But not only this thorn, ਸਿਰਫ ਇਹ ਕੰਡਾ ਨਹੀਂ, there was also everyday weaknesses. ਰੋਜ਼ਾਨਾ ਦੀ ਕਮਜ਼ੋਰੀਆਂ ਵੀ ਸੀਗੀਆਂ ਉਹਦੇ ਅੰਦਰ। He speaks here in 2 Corinthians chapter 12 and verse 10. 10ਵੇਂ ਅਧਿਆਇ 'ਚ ਪੌਲਸ ਕਹਿੰਦਾ ਹੈਗਾ, He says, I take pleasure in infirmities, in reproaches. ਕਹਿੰਦਾ ਕਿ ਜਦੋਂ ਮੈਨੂੰ ਲੋਕੀ ਜਦੋਂ ਮੇਰੀ ਬੇਇੱਜ਼ਤੀ ਕਰਦੇ ਹੈਗੇ ਆ, So he says, this is a weakness, this is an infirmity, reproaches, insults. ਜਦੋਂ ਲੋਕੀ ਮੇਰੀ ਬੇਇੱਜ਼ਤੀ ਕਰਦੇ ਆ, ਇਹ ਵੀ ਇੱਕ ਮੇਰੀ ਕਮਜ਼ੋਰੀ ਆ। This is when clever people make fun of your faith or your lifestyle for the Lord. ਜਦੋਂ ਜ਼ਿਆਦੇ ਜਿਹੜੇ ਆਪਣੇ ਆਪ ਨੂੰ ਲੋਕੀ ਕਹਿੰਦੇ ਕਿ ਅਸੀਂ ਬਹੁਤ ਚਲਾਕ ਹੈਗੇ ਆ, ਉਹ ਜਦੋਂ ਤੁਹਾਡਾ ਮਜ਼ਾਕ ਉਡਾਉਂਦੇ ਹੈਗੇ ਆ ਤੁਹਾਡੇ ਵਿਸ਼ਵਾਸ ਦੇ ਕਰਕੇ, And they belittle you, they demean you, they put you down. ਉਹ ਤੁਹਾਡੀ ਬੇਇੱਜ਼ਤੀ ਕਰਕੇ ਰੱਖ ਦਿੰਦੇ ਹੈਗੇ ਤੁਹਾਡੇ ਵਿਸ਼ਵਾਸ ਦੇ ਕਰਕੇ, ਲੋਕਾਂ ਦੇ ਮੋਰੇ ਉਹ ਤੁਹਾਡਾ ਮਾਹੌਲ ਕਰਦੇ ਆ। And then in the list here in verse 10, he talks about needs, being in needs or ਕਹਿੰਦਾ- hardships. ਕਹਿੰਦਾ ਮੈਂ ਤੰਗੀਆਂ ਵਿੱਚ ਮੈਂ ਹੈਗਾ। This is when there are circumstances beyond our control ਜਦੋਂ ਹਾਲਾਤ ਹੁੰਦੇ ਆ ਜਿਹੜੇ ਸਾਡੇ ਕਾਬੂ ਤੋਂ ਬਾਹਰ ਹੁੰਦੇ ਆ, that make our situation really bad. ਜਿਹਦੇ ਕਰਕੇ ਸਾਡੇ ਹਾਲਾਤ ਮੁਸ਼ਕਿਲ ਹੋ ਜਾਂਦੇ ਆ। And we feel trapped. ਅਸੀਂ ਮਹਿਸੂਸ ਕਰਦੇ ਆ ਕਿ ਅਸੀਂ ਫਸ ਗਏ ਆ। You didn't plan this, you weren't expecting this, it came out of the blue. ਅਸੀਂ ਸੋਚਿਆ ਨਹੀਂ ਸੀਗਾ, ਪਰ ਆਪਣੇ ਆਪ ਹੋ ਗਿਆ ਕੁਛ ਨਾ ਕੁਛ। Then in the list it talks about persecution in verse 10. ਫਿਰ ਸਤਾਵ ਜਦੋਂ ਗੱਲ ਕਰਦਾ ਹੈਗਾ, This is rejection or exploitation because of your faith. ਤੁਹਾਡੇ ਵਿਸ਼ਵਾਸ ਦੇ ਕਰਕੇ ਜਦੋਂ ਲੋਕੀ ਤੁਹਾਨੂੰ
ਇਨਕਾਰ ਤੁਹਾਡਾ ਇਨਕਾਰ ਕਰ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਤਾਂ ਹੈ ਹੀ ਕੁਛ ਨਹੀਂ। And then in verse 10, the last word is in distresses. ਜਦੋਂ ਪੀੜਾ ਹੁੰਦੀ ਆ, This is when we are under constant pressure. ਲਗਾਤਾਰ ਜਦੋਂ ਬਾਰ-ਬਾਰ ਸਾਨੂੰ ਲੋਕੀ ਬੋਝ ਥੱਲੇ ਰੱਖ ਦਿੰਦੇ ਹੈਗੇ ਆ, We are crushed, we are weighed down, we are under stress or tension. ਅਸੀਂ ਕੁਚਲੇ ਜਾਂਦੇ ਆ, ਬੋਝ ਥੱਲੇ ਆਏ ਨੇ ਹੈਗੇ ਆ, ਲੋਕੀ ਸਾਨੂੰ ਸਤਾਉਂਦੇ ਹੈਗੇ ਆ, ਸਾਨੂੰ ਦਬਾ ਕੇ ਰੱਖਦੇ ਹੈਗੇ ਆ। So this is what Paul had in mind when he talks about weakness. ਪੌਲਸ ਦੇ ਦਿਮਾਗ 'ਚ ਇਹ ਗੱਲ ਸੀਗੀ ਜਦੋਂ ਗੱਲ ਕਰਦਾ ਹੈਗਾ ਕਮਜ਼ੋਰੀ ਬਾਰੇ। There was a thorn in the flesh and these everyday weaknesses or infirmities. ਉਹਦੇ ਜਿਸਮ ਵਿੱਚ ਕਮਜ਼ੋਰੀ ਸੀਗੀ, ਕੰਡਾ ਸੀਗਾ, ਪਰ ਇਹ ਬਾਕੀ ਸਾਰੀਆਂ ਕਮਜ਼ੋਰੀਆਂ ਉਹਨੂੰ ਦਬਾ ਕੇ ਰੱਖਦੀਆਂ ਸੀਗੀਆਂ। 2020 demonstrated to the whole of humanity 2020 ਨੇ ਸਾਰੀ ਇਨਸਾਨੀਅਤ ਨੂੰ ਦਿਖਾ ਕੇ ਰੱਖ ਦਿੱਤਾ that we are weak, we are frail. ਅਸੀਂ ਕਮਜ਼ੋਰ ਹੈਗੇ ਆ, ਅਸੀਂ ਨਤਾਣੇ ਹੈਗੇ ਆ। That a little invisible virus ਇੱਕ ਨਿੱਕਾ ਜਿਹਾ ਜਿਹੜਾ ਅਸੀਂ ਦੇਖ ਨਹੀਂ ਸਕਦੇ ਕਾਕੇ ਦੇ ਨਾਲ, ਜਿਹੜਾ ਕੀਟਾਣੂ ਹੈਗਾ, can cause this terrible illness ਕਿੰਨੀ ਵੱਡੀ ਇਹਦੇ ਨਾਲ ਬਿਮਾਰੀ ਆਉਂਦੀ ਆ, and in some cases death. ਮੌਤ ਆਉਂਦੀ ਹੈਗੀ ਇਸ ਬਿਮਾਰੀ ਦੁਆਰਾ। And as we enter into 2021, ਹੁਣ ਜਦੋਂ 2021 ਚ ਪ੍ਰਵੇਸ਼ ਕੀਤਾ ਹੈਗਾ, we don't know what we'll face. ਸਾਨੂੰ ਪਤਾ ਨਹੀਂ ਇਸ ਸਾਲ 'ਚ ਕੀ ਹੋਣਾ ਹੈਗਾ। Life is unpredictable and uncertain. ਜ਼ਿੰਦਗੀ ਬੜੀ ਬੇਮਾਇਨੀ ਹੈਗੀ, ਸਾਨੂੰ ਪਤਾ ਨਹੀਂ ਕੱਲ ਨੂੰ ਕੀ ਹੋਣਾ ਹੈਗਾ। Some of us may end up with a physical pain like Paul. ਹੋ ਸਕਦਾ ਸਾਡੇ ਵਿੱਚ ਬਹੁਤ ਸਾਰੇ ਐਸੇ ਦਰਦ ਦੇ ਵਿੱਚ ਮੁਬਤਲਾ ਹੋਣ ਜਿੱਦਾਂ ਪੌਲਸ ਸੀਗਾ, Like a thorn in the flesh ਜਿਸਮ ਵਿੱਚ ਕੰਡਾ ਸਾਡੇ ਚੁੱਭ ਜਾਵੇ, that may torment us, ਜਿਹੜਾ ਸਾਨੂੰ ਸਤਾਵੇ, that may frustrate us, ਜਿਹੜਾ ਸਾਨੂੰ ਤੰਗ ਕਰੇ, ਵਿਆਕੁਲ that ਕਰੇ, may hinder us serving the Lord. ਸਾਡੀ ਪ੍ਰਭੂ ਦੀ ਸੇਵਾ ਦੇ ਵਿੱਚ ਰੁਕਾਵਟ ਪੈਦਾ ਕਰੇ। Now, with modern day medicine, pain can be controlled, ਅੱਜ ਕੱਲ੍ਹ ਦੀ ਦਵਾਈਆਂ ਦੇ ਨਾਲ ਅਸੀਂ ਦਰਦ ਉੱਤੇ ਕਾਬੂ ਪਾ ਸਕਦੇ ਹਾਂ, but it may frustrate us in many other ਪਰ ways. ਹੋਰ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਅਸੀਂ ਦੁਖੀ ਹੋ ਸਕਦੇ ਹਾਂ। There may be insults ਹੋ ਸਕਦਾ ਲੋਕੀ ਸਾਡੀ ਬੇਇੱਜ਼ਤੀ ਕਰਦੇ ਹਨ because of our faith. ਸਾਡੇ ਵਿਸ਼ਵਾਸ ਦੇ ਕਰਕੇ, There may be hardships. ਤੰਗੀਆਂ ਆਉਣ, Suddenly, something is thrust upon us. ਇੱਕਦਮ ਸਾਡੇ ਤੇ ਕੁਝ ਨਾ ਕੁਝ ਆ ਗਿਆ, It's out of our control. ਸਾਡੇ ਹਾਲਾਤ ਤੋਂ, ਸਾਡੇ ਕੰਟਰੋਲ ਤੋਂ ਬਾਹਰ ਆ, And now we feel trapped. ਹੁਣ ਅਸੀਂ ਫਸ ਗਏ ਆ। And you didn't think it would happen to you. ਸੋਚਿਆ ਨਹੀਂ ਸੀਗਾ ਕਿ ਸਾਡੇ ਨਾਲ ਵੀ ਕਦੇ ਏਦਾਂ ਦਾ ਕੁਝ ਹੋਊਗਾ। I know a couple, ਭਾਈ ਜਾਣਦੇ ਕਿ ਜੋੜੇ ਨੂੰ, this happened many years ago. ਬਹੁਤ ਸਾਲ ਦੀ ਗੱਲ ਆ, They both claimed to be believers. ਉਹ ਦੋਨੋਂ ਕਹਿੰਦੇ ਸੀ ਕਿ ਅਸੀਂ ਵਿਸ਼ਵਾਸੀ ਆ। They got married. ਉਹਨਾਂ ਦਾ ਵਿਆਹ ਹੋਇਆ, And after the marriage, ਵਿਆਹ ਤੋਂ ਬਾਅਦ the husband discovered that his wife had mental health issues. ਪਤੀ ਨੂੰ severe ਪਤਾ mental ਲੱਗਿਆ health ਬਾਅਦ ਵਿੱਚ issues. ਕਿ ਉਹਦੀ ਤੀਵੀਂ ਹੈਗੀ ਆ, ਉਹਨੂੰ ਦਿਮਾਗੀ ਬਿਮਾਰੀ ਲੱਗੀ ਆ। But not only that, ਸਿਰਫ ਇੰਨੀ ਗੱਲ ਨਹੀਂ, she had also been having an affair, ਉਹਦਾ ਕਿਸੇ ਹੋਰ ਵੀ ਬਾਹਰ ਕੋਈ ਚੱਕਰ ਵੀ ਸੀਗਾ। which she was planning to continue after marriage. ਉਹ ਵਿਆਹ ਤੋਂ ਬਾਅਦ ਚਾਹੁੰਦੀ ਸੀ ਕਿ ਮੈਂ ਉਹੀ ਕੰਮ ਕਰੀ ਜਾਵਾਂ। It was a shock to him. ਉਸ ਆਦਮੀ ਨੂੰ ਬੜਾ ਸਦਮਾ ਪਹੁੰਚਿਆ, It shook his world. ਉਹਦੀ ਦੁਨੀਆ ਹਿੱਲ ਗਈ, It caused him distress and pressure. ਬਹੁਤ ਉਹਨੂੰ ਦੁੱਖ ਪਹੁੰਚਿਆ, ਉਹਦੇ ਬਹੁਤ ਤਣਾਅ ਆ ਗਿਆ ਇਸ ਗੱਲ ਦਾ। Things like this can surprise us, ਏਦਾਂ ਦੀ ਗੱਲਾਂ ਸਾਨੂੰ ਹਿਲਾ ਕੇ ਰੱਖ ਦਿੰਦੀਆਂ, and they show us our weakness. ਸਾਡੀ ਕਮਜ਼ੋਰੀਆਂ ਸਾਡੇ ਅੱਗੇ ਆ ਜਾਂਦੀਆਂ। About 15 years ago, 15 ਸਾਲ ਪਹਿਲਾਂ my cousin went to India, ਇਹਨਾਂ ਦੇ ਕਜ਼ਨ ਇੰਡੀਆ ਗਏ। and when he got back, ਜਦੋਂ ਵਾਪਸ ਆਇਆ, he discovered he had a parasite lodged in his brain. ਉਹਨੂੰ ਪਤਾ ਲੱਗਿਆ ਕਿ ਉਹਦੇ ਦਿਮਾਗ ਵਿੱਚ ਕੋਈ ਕੀਟਾਣੂ ਵੜ ਗਿਆ। It was a complete shock to him. ਇੱਕਦਮ ਉਹ ਘਬਰਾ ਗਿਆ, ਇੱਕਦਮ ਉਹ ਹੈਰਾਨ ਹੋ ਗਿਆ। They treated it with medication, ਉਹਨਾਂ ਨੇ ਦਵਾਈਆਂ ਦੇ ਨਾਲ ਉਹ ਠੀਕ ਤਾਂ ਕਰ and ਦਿੱਤਾ। he thought the parasite was dead. ਉਹਨੇ ਸੋਚਿਆ ਕਿ ਇਹ ਕੀਟਾਣੂ ਉਸका ਦਿਮਾਗ ਵਿੱਚ ਉਹ ਮਰ ਗਿਆ। Recently, ਥੋੜੀ ਦੇਰ ਦੀ ਗੱਲ ਆ, they discovered that it didn't die, that it was dormant, ਉਹਨੂੰ ਪਤਾ ਲੱਗਿਆ ਕਿ ਉਹ ਮਰਿਆ ਨਹੀਂ ਸੀਗਾ, ਉਹ ਸੌ ਗਿਆ ਸੀਗਾ ਦਿਮਾਗ and ਵਿੱਚ। it became active again, or it may have laid eggs. ਹੋ ਸਕਦਾ ਕਿ ਉਹਨੇ ਅੰਡੇ ਦਿੱਤੇ ਹੋਗੇ ਤਾਂ ਉਹਨੇ ਚਿਰ ਬਾਅਦ ਫਿਰ ਮੁੜ ਕੇ ਦੁਬਾਰਾ ਸ਼ੁਰੂ ਹੋ ਗਿਆ, And it caused a massive swelling the size of a golf ball in his brain. ਤੇ ਉਹਦੇ ਦਿਮਾਗ ਵਿੱਚ ਸੋਜ ਪੈ ਗਈ ਜਿੱਦਾਂ ਇੱਕ ਆਂਡੇ ਜਿਹੀ। They thankfully managed to treat it, ਉਹਨਾਂ ਨੇ ਇਲਾਜ ਤਾਂ ਕਰਤਾ ਉਹਦਾ, but it caused him a lot of neurological problems, ਉਹਦੇ nervous ਬਹੁਤ problems. ਬਹੁਤ ਦਿਮਾਗੀ ਉਹ 'ਤੇ ਬਹੁਤ ਜ਼ੋਰ ਪੈ ਗਿਆ। But hopefully it's dealt with so they don't have to do surgery. ਪਰ ਪ੍ਰਭੂ ਦੀ ਦਇਆ ਦੇ ਨਾਲ ਠੀਕ ਹੋ ਗਿਆ, ਉਹਨਾਂ ਨੂੰ ਦਿਮਾਗ ਦਾ ਆਪਰੇਸ਼ਨ ਹੀ ਕਰਨਾ ਪੈਣਾ। Look, these things are sprung upon us. ਇਹ ਚੀਜ਼ਾਂ ਸਾਡੇ 'ਤੇ
ਆਪਣੇ ਆਪ ਆ ਜਾਂਦੀਆਂ। Domestic issues, ਘਰੇਲੂ ਮੁਸ਼ਕਲਾਂ, mental health issues, spiritual issues. ਦਿਮਾਗੀ ਮੁਸ਼ਕਲਾਂ, ਰੂਹਾਨੀ ਮੁਸ਼ਕਲਾਂ। And we struggle to cope. ਸਾਨੂੰ ਫਿਰ ਤਕਲੀਫ ਹੁੰਦੀ ਆ ਅਸੀਂ ਕਿੱਦਾਂ ਸਾਹਮਣਾ ਕਰੀਏ ਇਹਨਾਂ ਦਾ। We don't have the strength to do it. ਸਾਡੇ ਅੰਦਰ ਤਾਕਤ ਨਹੀਂ ਹੁੰਦੀ ਇਹਨਾਂ ਦਾ ਸਾਹਮਣਾ ਕਰਨ ਦੀ। And we become upset. ਅਸੀਂ ਫਿਰ ਉਹਨਾਂ ਚੀਜ਼ਾਂ ਵਿੱਚ ਅਸੀਂ ਫਸ ਜਾਂਦੇ ਆ। And we don't have fight in us. ਸਾਡੇ ਅੰਦਰ ਫਿਰ ਉਹਨਾਂ ਚੀਜ਼ਾਂ ਨਾਲ ਲੜਨ ਦੀ ਸ਼ਕਤੀ ਨਹੀਂ ਰਹਿੰਦੀ ਹੈਗੀ। We're weak. ਅਸੀਂ ਕਮਜ਼ੋਰ ਹੈਗੇ ਆ, We're feeble. ਅਸੀਂ ਬਹੁਤ ਨਤਾਨੇ ਆ। We're anemic as people. ਅਸੀਂ ਜਿੱਦਾਂ ਕਹਿੰਦੇ ਕਿ ਸਾਡੇ ਅੰਦਰ ਕਮੀ ਆ ਜਾਂਦੀ ਹੈਗੀ ਇਨਸਾਨ ਹੋ ਕੇ। So Paul had this thorn in the flesh. ਪੌਲਸ ਦੇ ਜਿਸਮ ਵਿੱਚ ਇਹ ਕਮੀ ਸੀਗੀ, ਇਹ ਕੰਡਾ ਸੀਗਾ। And also everyday weaknesses to contend with. ਰੋਜ਼ਾਨਾ ਦੀ ਕਮਜ਼ੋਰੀਆਂ ਸੀ ਉਹਦੇ ਅੰਦਰ ਜਿਨ੍ਹਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਸੀਗਾ। Secondly then, ਦੂਸਰੀ ਗੱਲ, why was this thorn or this weakness given to Paul? ਇਹ ਕਮਜ਼ੋਰੀ, ਇਹ ਕੰਡਾ ਪੌਲਸ ਨੂੰ ਕਿਉਂ ਦਿੱਤਾ ਗਿਆ? Now let's be clear here. ਬਿਲਕੁਲ ਸਾਫ਼-ਸਾਫ਼ ਇਸ ਗੱਲ ਨੂੰ ਜਾਣੋ। This thorn was something that was given to Paul. ਇਹ ਕੰਡਾ ਪੌਲਸ ਨੂੰ ਦਿੱਤਾ ਗਿਆ। In verse 7, 7ਵੀਂ ਆਇਤ ਦੇਖੋ, he says that. ਲਿਖਿਆ It says, a thorn in the flesh was given to me. ਕਹਿੰਦਾ ਕਿ ਮੈਨੂੰ ਇੱਕ ਕੰਡਾ ਦਿੱਤਾ ਗਿਆ। He says it was a messenger of Satan. ਕੰਡਾ ਚੁਬੋਇਆ ਗਿਆ ਜਿਹੜਾ ਕਿ ਸ਼ੈਤਾਨ ਦਾ ਕਾਸਦ ਸੀਗਾ। So the source may have been Satan, ਹੋ ਸਕਦਾ ਸ਼ੈਤਾਨ ਨੇ ਦਿੱਤਾ ਹੋਵੇ, who afflicted Paul, ਸ਼ੈਤਾਨ ਨੇ ਪੌਲਸ ਨੂੰ ਸਤਾਇਆ ਹੋਵੇ, or the illness was there and Satan afflicted him and tormented him. ਉਹਦੇ ਦੀ ਬਿਮਾਰੀ ਸੀਗੀ, ਸ਼ੈਤਾਨ ਨੇ ਉਸ ਬਿਮਾਰੀ ਦਾ ਫਾਇਦਾ ਉਠਾ ਕੇ ਉਹਨੂੰ ਹੋਰ ਜ਼ਿਆਦਾ ਸਤਾਇਆ। Just like Job. ਅਯੂਬ ਵਾਂਗਰ। Nevertheless, we must remember ਪਰ ਫਿਰ ਵੀ ਇੱਕ ਗੱਲ ਨੂੰ ਯਾਦ ਰੱਖੋ that this was given by God. ਕਿ ਪਰਮੇਸ਼ਵਰ ਨੇ ਇਹ ਦਿੱਤਾ। This is what the verse is saying. ਆਇਤ ਸਾਨੂੰ ਇਹ ਦੱਸਦੀ ਆ God is sovereign. ਪਰਮੇਸ਼ਵਰ ਸਰਵ ਸ਼ਕਤੀਮਾਨ ਆ। And just like Job, ਅਯੂਬ ਵਾਂਗਰ Satan was allowed to inflict Job, but God had his purposes. God was behind it. ਪਰਮੇਸ਼ਵਰ ਨੇ ਹੋਂ ਦਿੱਤਾ ਕਿ ਸ਼ੈਤਾਨ ਅਯੂਬ ਨੂੰ ਸਤਾਵੇ, ਪਰ ਪਰਮੇਸ਼ਵਰ ਦਾ ਕਾਬੂ ਸੀਗਾ ਉੱਤੇ ਕਿ ਜ਼ਰੂਰਤ ਤੋਂ ਜ਼ਿਆਦਾ ਸ਼ੈਤਾਨ ਅਜ਼ਮਾ ਨਹੀਂ ਸਕਦਾ ਸੀਗਾ ਅਯੂਬ ਨੂੰ। It's the same with Paul here. ਏਦਾਂ ਪੌਲਸ ਦੀ ਗੱਲ ਹੈਗੀ ਆ। Not all of our afflictions are there because of Satan. ਸਾਰੀਆਂ ਤਕਲੀਫਾਂ ਸ਼ੈਤਾਨ ਕਰਕੇ ਨਹੀਂ ਆਉਂਦੀਆਂ ਹੈਗੀਆਂ। Most of them come because we live in a fallen world. ਕਈ ਤਕਲੀਫਾਂ ਆਉਂਦੀਆਂ ਕਿਉਂਕਿ ਅਸੀਂ ਇਹ ਕਿ ਡਿੱਗੀ ਹੋਈ ਪਾਪ ਵਾਲੀ ਦੁਨੀਆ 'ਚ ਰਹਿੰਦੇ ਆ। And our bodies are dying and decaying. ਸਾਡੇ ਜਿਸਮ ਰੋਜ਼ ਮਰ ਰਹੇ ਹੈਗੇ ਕਮਜ਼ੋਰੀ ਕਰਕੇ। There are weaknesses, there are viruses, there are illnesses. ਕਮਜ਼ੋਰੀਆਂ ਹੈਗੀਆਂ, ਕੀਟਾਣੂ ਹੈਗੇ ਆ, ਬਿਮਾਰੀਆਂ ਹੈਗੀਆਂ ਹੋਰ। There are circumstances the Lord may bring our way. ਕਈ ਦਫਾ ਪ੍ਰਭੂ ਹਾਲਾਤ ਲੈ ਕੇ ਆਉਂਦਾ ਕਿ ਸਾਡੇ ਜ਼ਿੰਦਗੀ ਉੱਤੇ। But look, whatever the source, ਜੋ ਵੀ ਗੱਲ ਹੈਗੀ ਆ behind it all ਉਹਦੇ ਪਿੱਛੇ is the hand of God, ਪਰਮੇਸ਼ਰ ਦਾ ਹੱਥ ਹੈਗਾ, who has a purpose ਕਿਉਂਕਿ ਪਰਮੇਸ਼ਰ ਦਾ ਇਰਾਦਾ ਹੈਗਾ। for everything that comes to ਜੋ us. ਕੁਝ ਸਾਡੇ ਨਾਲ ਹੁੰਦਾ ਹਰੇਕ ਚੀਜ਼ ਦੇ ਪਿੱਛੇ ਪਰਮੇਸ਼ਰ ਦਾ ਇਰਾਦਾ ਹੈ। Nothing can come to his children unless he allows it. ਪ੍ਰਭੂ ਦੇ ਬੱਚਿਆਂ ਉੱਤੇ ਕੁਝ ਨਹੀਂ ਆਉਂਦਾ ਹੈਗਾ ਜੇ ਪ੍ਰਭੂ ਨਾ ਹੁੰਦਾ ਵੇ ਤਾਂ। Satan has his purpose. ਸ਼ੈਤਾਨ ਦੇ ਆਪਣੇ ਇਰਾਦੇ ਹੈਗੇ ਆ। His purpose is to make us fall, to make us drift, to make us curse God like Job. ਸ਼ੈਤਾਨ ਦੇ ਇਰਾਦੇ ਹੈਗੇ ਕਿ ਅਸੀਂ ਡਿੱਗ ਜਾਈਏ, ਅਸੀਂ ਗੁੰਮਰਾਹ ਹੋ ਜਾਈਏ, ਭਟਕ ਜਾਈਏ, ਅਸੀਂ ਪ੍ਰਭੂ ਨੂੰ ਸ਼ਰਾਪ ਦਈਏ ਜਿਵੇਂ ਚਾਹੁੰਦਾ ਹੈ ਕਿ ਅਯੂਬ ਕਰੇ। But in the same difficulty, ਪਰ ਉਸੇ ਮੁਸ਼ਕਲ ਦੇ ਵਿੱਚ, ਉਸੇ ਹਾਲਾਤ ਦੇ ਵਿੱਚ God will have his purpose. ਪਰਮੇਸ਼ਰ ਦੇ ਆਪਣੇ ਇਰਾਦੇ ਹੈਗੇ ਆ। That is to bless us, to build up. ਪ੍ਰਭੂ ਦੇ ਇਰਾਦੇ ਕੀ ਹੈਗੇ ਆ? ਸਾਨੂੰ ਮਜ਼ਬੂਤ ਕਰਨ ਦੇ ਲਈ ਤਾਂ ਕਿ ਅਸੀਂ ਉਹਨੂੰ ਬਰਕਤ ਦਈਏ, ਉਹਦੇ ਨਾਮ ਨੂੰ ਮੁਬਾਰਕ So ਆਖੀਏ, that we will know, as Jesus says ਤਾਂ ਕਿ ਅਸੀਂ ਜਾਣੀਏ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ in verse 9, my grace is sufficient for you, for my strength is made perfect in weakness. 9 ਵਿੱਚ ਕੀ ਕਹਿੰਦਾ ਕਿ ਮੇਰੀ ਤਾਕਤ ਤੁਹਾਡੇ ਅੰਦਰ ਪੂਰੀ ਹੁੰਦੀ ਹੈਗੀ ਤਾਂ ਕਿ ਅਸੀਂ ਜਾਣ ਲਈਏ ਉਹ ਖੁਸ਼ੀ ਨੂੰ ਕਿ ਜਿਹੜੀ ਕਮਜ਼ੋਰੀ ਹੈਗੀ ਆ ਅਸੀਂ ਕਮਜ਼ੋਰ ਨਾ ਹੋਈਏ। This is what Paul is wanting to show here. ਪੌਲਸ ਇਹੀ ਦਿਖਾ ਰਿਹਾ ਹੈਗਾ। I mean, I'd love to spend time in this passage. It's so interesting. ਇਹ ਆਇਤਾਂ ਬੜੀਆਂ ਦਿਲਚਸਪ ਹੈਗੀਆਂ, ਸਮਾਂ ਹੋਵੇ ਸੀ ਤੇ ਹੋਰ ਗੌਰ ਕਰੀਏ। There were false teachers in the church, false ਮੰਡਲੀ apostles. ਵਿੱਚ ਝੂਠੇ ਨਬੀ ਸੀਗੇ, ਝੂਠੀ ਸਿੱਖ ਦੇਣ ਵਾਲੇ ਸੀਗੇ।
They're claiming to be apostles. ਉਹ ਕਹਿੰਦੇ ਸੀ ਕਿ ਅਸੀਂ ਰਸੂਲ ਹੈਗੇ ਆ। Chapter 11 and verse 13 tells us that. 11 ਚੈਪਟਰ 13 ਚ ਲਿਖਿਆ ਹੈਗਾ। Paul says, look, Satan can even transform himself into an angel of light. ਪੌਲਸ ਕਹਿੰਦਾ ਕਿ ਸ਼ੈਤਾਨ ਵੀ ਆਪਣੇ ਆਪ ਨੂੰ ਨੂਰ ਦਾ ਫਰਿਸ਼ਤਾ ਬਣ ਕੇ ਦਿਖਾਉਂਦਾ ਲੋਕਾਂ ਨੂੰ। They were claiming to be super apostles. ਉਹ ਕੀ ਕਹਿੰਦੇ ਸੀਗੇ ਕਿ ਅਸੀਂ ਤਾਂ ਮਹਾ ਰਸੂਲ ਹੈਗੇ ਆ। They were impressing the people in the church in Corinth ਲੋਕਾਂ ਦੇ ਉੱਤੇ ਬੜਾ ਅਸਰ ਪਾਉਂਦੇ ਸੀਗੇ ਕੁਰਿੰਥੀ ਦੀ ਮੰਡਲੀ ਉੱਤੇ। with their fancy words and their fancy speech. ਵੱਡੇ ਵੱਡੇ ਲਫ਼ਜ਼ ਬੋਲ ਕੇ, ਵੱਡੇ ਵੱਡੇ ਭਾਸ਼ਣ ਦੇ ਕੇ। And they were saying, look, God is speaking through us and not through this apostle Paul. ਕਹਿੰਦੇ ਕਿ ਸਾਡੇ ਦੁਆਰਾ ਰੱਬ ਬੋਲਦਾ ਹੈਗਾ, ਇਹ ਪੌਲਸ ਦੁਆਰਾ ਨਹੀਂ ਬੋਲਦਾ। They spoke words that impressed people and made people sit up. ਉਹਨਾਂ ਨੇ ਇੱਦਾਂ ਦੇ ਲਫ਼ਜ਼ ਬੋਲੇ, ਬੜੇ ਬੜੇ ਲਫ਼ਜ਼ ਬੋਲੇ ਕਿ ਸਮਝ ਕੇ ਕਿ ਲੋਕੀ ਸੁਣਨ ਸਾਡੀ ਆਵਾਜ਼ ਨੂੰ। That produced strong emotions in people and stirred people. ਲਫ਼ਜ਼ ਬੋਲ ਕੇ ਲੋਕਾਂ ਦੇ ਜਜ਼ਬਾਤਾਂ ਨੂੰ ਉਛਾਲਦੇ ਸੀਗੇ ਤਾਂ ਕਿ ਸਾਡੇ ਵੱਲ ਦੇ ਹੋ ਜਾਣ। But it was not based on truth. ਪਰ ਉਹ ਸੱਚਾਈ ਦੇ ਲਫ਼ਜ਼ ਨਹੀਂ ਸੀਗੇ। They were boasting of their power and their strength. ਉਹ ਕਮੰਡੀ ਸੀਗੇ, ਉਹ ਫਖਰ ਕਰਦੇ ਸੀਗੇ ਆਪਣੀ ਤਾਕਤ ਉੱਤੇ, ਕਮੰਡ ਕਰਦੇ ਸੀਗੇ ਕਿ ਆਪਣੇ ਜ਼ੋਰ ਉੱਤੇ। And one of the things that they boasted about ਇੱਕ ਕਿਹੜੀ ਚੀਜ਼ ਸੀ ਜਿਹਦੇ ਕਰਕੇ ਜ਼ਿਆਦਾ ਕਮੰਡ ਕਰਦੇ ਸੀਗੇ? as super apostles ਅਸੀਂ ਤਾਂ ਮਹਾ ਰਸੂਲ ਹੈਗੇ ਆ। was their visions and their revelations. ਸਾਨੂੰ ਦਰਸ਼ਨ ਮਿਲੇ ਹੈਗੇ ਕਹਿੰਦੇ। ਉਹ ਕਹਿੰਦੇ ਕਿ ਸਾਨੂੰ ਮੁਕਾਸ਼ਫਾ ਮਿਲਿਆ ਹੈਗਾ। So Paul deals with this in chapter 12 verse 1 to 6. 12 ਚੈਪਟਰ ਪਹਿਲੀ ਸ਼ਿਕਾਇਤਾਂ ਵਿੱਚ ਪੌਲਸ ਇਸ ਗੱਲ ਦਾ ਨਿਬੇੜਾ ਕਰਦਾ। And Paul comes. ਪੌਲਸ ਆਉਂਦਾ, He says, look, I don't want to talk about this. ਕਹਿੰਦਾ ਇਸ ਗੱਲ ਦੇ ਬਾਰੇ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ। I don't want to boast about my experience as an apostle. ਕਹਿੰਦਾ ਮੈਂ ਇਸ ਗੱਲ ਦੇ ਬਾਰੇ ਮੈਂ ਕਮਾਂਡ ਨਹੀਂ ਕਰਨਾ ਚਾਹੁੰਦਾ ਇੱਕ ਰਸੂਲ ਹੋ ਕੇ। Look at verse 12 and chapter 12 verse 1. It is doubtless not profitable for me to boast. पहली आयत, मुझे फ़ख्र करना ज़रूर हुआ अगरचे मुफीद नहीं, फ़ायदेमंद नहीं। Look, I don't want to really share this. I don't want to boast about this, but I have to because of these false apostles to counter their teaching. ਕਹਿੰਦਾ ਇਹਨਾਂ ਝੂਠੇ ਰਸੂਲਾਂ ਦੇ ਕਰਕੇ ਕਹਿੰਦਾ ਮੈਂ ਤੁਹਾਨੂੰ ਗੱਲ ਦੱਸਦਾ ਹੈਗਾ ਕਿ ਮੈਂ ਫ਼ਖਰ ਕਰ ਸਕਦਾ ਹੈਗਾ, ਪਰ ਕਹਿੰਦੇ ਇਹ 'ਚ ਕੋਈ ਫਾਇਦਾ ਨਹੀਂ ਹੈਗਾ ਜੇ ਮੈਂ ਆਪਣੇ ਆਪ ਨੂੰ ਵੱਡਾ ਕਰਕੇ ਦਿਖਾਵਾਂ ਤੁਹਾਨੂੰ। But then in verse 1 it says this, I will come to visions and revelations of the Lord. कहते कि पास जो रोया और मुकाशफे खुदावंद की तरफ से इनायत हुए उनका मैं जिक्र करता हूँ। And then he describes an experience that he had as an apostle. फिर वो दसदा कहते कि मैनू भी एक गल दा तजर्बा होया। But it doesn't say I had this experience. उन्हें कहते कि मैनू तजर्बा होया। Look at verse 2. दूसरी आयत, It says, I know a man in Christ who 14 years ago. कहते कि मैं मसीह च जानदा एक आदमी नूं कि 14 साल पहला। So he's speaking in the third person about another man, but really he's speaking about himself. तो खालदा किसी होर इंसान की गल हो रही है, पर हकीकत विच वो अपनी गल कर रहा हैगा। He doesn't want to talk about it. वो नहीं अपने बारे ऐदा नहीं गल करनी He चाहता hasn't कमांड said करके, anything for 14 years. क्योंकि वो नहीं कहता कि 14 साल दे लई मैं इस करदा, But now he's forced to talk about it. पर मजबूर किया गया लोगों को दसन दे लई उस इंसान दे बारे। And he does it with such humility and he does it very carefully. बड़ी नम्रता दे नाल, बड़ा नीवा हो के, बड़ी हलीमी दे नाल लोगों को दसदा हैगा, अपनी गल दसदा। And he says, look, I don't know whether this was in the body or not. मैनू नहीं कहता पता कि जिस्म विच सीगा या रूह दे विच गल सीगी ये। I don't know whether it was in the body, whether it was in the soul, but he said he was caught up into the third heaven. मैनू नहीं पता कि जिस्म विच सीगी गल है या रूह सीगी, पर वो बंदा जिहड़ा सीगा वो तीसरे आसमान दे विच उठाया गया। Verse 2 tells us that. दूसरे आयत च लिखिया, What is the third heaven? तीसरा आसमान की हैगा? In verse 4 he calls it paradise. चौथे आयत की कहंदा फिरदौस, जन्नत। The first heaven, पहला आसमान when we think of it in the Bible, बाइबल के अनुसार ऐसी चीज सोचिए, talks about the sky we can see. We say the heavens declare the glory of God. पहला आसमान जरा स्वर्ग सानू दिखाई देना सीगा कि परमेश्वर आकाश परमेश्वर की महिमा का वर्णन करता, जरा आकाश असीं देख सकते हैं। We look at the atmosphere. असीं आबो हवा देखिए।
And we say that's the heavens. ਅਸੀਂ ਕਹਿੰਦੇ ਕਿ ਦੇਖੋ ਅੰਬਰ, ਦੇਖੋ ਸਵਰਗ ਕਿੰਨਾ ਸੋਹਣਾ। The second heaven ਦੂਸਰਾ ਸਵਰਗ ਜਿਹੜਾ ਹੈਗਾ is what is out there in space, the stars and the sun and the moon. ਜੋ ਚਾਂਦ ਤਾਰੇ ਹੈਗੇ ਆ, ਗਾਂ ਤੋਂ ਗਾਂ ਜਿਹੜੇ ਅੰਬਰ ਹੈਗੇ ਆ ਉਹਨਾਂ ਦੀ ਗੱਲ The ਹੈਗੀ ਆ। galaxies, the solar systems and so on. ਐਨੇ ਬਹੁਤ ਸਾਰੇ ਹੋਰ ਜਿਹੜੇ ਅੰਬਰ ਜਿਹੜੇ ਹੈਗੇ ਜਿਹੜੇ ਸਾਨੂੰ ਦਿਖਾਈ ਨਹੀਂ ਦਿੰਦੇ ਹੈਗੇ। The third heaven ਤੀਸਰਾ ਅਸਮਾਨ is the dwelling place of God. ਜਿੱਥੇ ਪਰਮੇਸ਼ਰ ਵਾਸ ਕਰਦੇ ਆ। The Garden of Eden is called paradise. ਬਾਗ ਅਦਨ ਜਿਹੜਾ ਸੀਗਾ ਉਹਨੂੰ ਸਵਰਗ ਜੰਨਤ ਕਿਹਾ ਗਿਆ। Why? ਕਿਉਂ? Because God was present there. ਕਿਉਂਕਿ ਪਰਮੇਸ਼ਰ ਉੱਥੇ ਮੌਜੂਦ ਸੀਗੇ। Now, this place where Paul goes to, ਹੁਣ ਇਹ ਜਗ੍ਹਾ ਜਿੱਥੇ ਪੌਲਸ ਗਿਆ ਹੈਗਾ ਜਾਂਦਾ, which is heaven, ਜਿਹੜਾ ਸਵਰਗ ਹੈਗਾ where the souls of unbelievers go, ਜਿੱਥੇ ਵਿਸ਼ਵਾਸੀਆਂ ਦੀ ਰੂਹਾਂ ਜਾਂਦੀਆਂ ਹੈਗੀਆਂ, he also calls paradise ਉਹਨੂੰ ਕਹਿੰਦਾ ਫਿਰਦੌਸ ਜੰਨਤ, because it's the place where God dwells. ਕਿਉਂਕਿ ਉਹ ਜਗ੍ਹਾ ਹੈਗੀ ਹੈ ਜਿੱਥੇ ਪਰਮੇਸ਼ਰ ਖੁਦ ਆਪ ਵਾਸ ਕਰਦੇ ਆ। And then, ਫਿਰ in the final state, the new heaven and the new earth, ਫਿਰ ਕਹਿੰਦਾ ਕਿ ਨਵੀਂ ਜ਼ਮੀਨ ਤੇ ਨਵਾਂ ਆਸਮਾਨ, this is also paradise, ਉਹ ਵੀ ਜੰਨਤ ਹੈਗੀ ਆ। because heaven will come down to earth ਆਸਮਾਨ ਉਤਰ ਕੇ ਧਰਤੀ ਉੱਤੇ ਆ ਜਾਊਗਾ। and God shall dwell with his people. ਪਰਮੇਸ਼ਰ ਆਪਣੇ ਲੋਕਾਂ ਦੇ ਵਿੱਚ ਆ ਕੇ ਵਾਸ ਕਰੂਗੇ। So Paul is saying ਪੌਲਸ ਕਹਿ ਰਿਹਾ, he was in the dwelling place of God. ਕਹਿੰਦਾ ਕਿ ਮੈਂ ਤੇ ਪਰਮੇਸ਼ਰ ਦੀ ਵਾਸ ਕਰਨ ਦੀ ਜਗ੍ਹਾ ਦੇ ਵਿੱਚ ਮੈਂ ਚਲਾ ਗਿਆ। He was in heaven. He doesn't know whether in his body or in his spirit. He was there in heaven, in paradise. ਕਹਿੰਦਾ ਪਤਾ ਨਹੀਂ ਜਿਸਮ ਵਿੱਚ, ਪਤਾ ਨਹੀਂ ਰੂਹ ਦੇ ਵਿੱਚ, ਮੈਨੂੰ ਨਹੀਂ ਪਤਾ। ਕਹਿੰਦਾ ਪਰ ਮੈਂ ਕਹਿੰਦਾ ਸਵਰਗ ਦੇ ਵਿੱਚ ਪਰਮੇਸ਼ਰ ਦੀ ਵਾਸ ਕਰਨ ਦੀ ਜਗ੍ਹਾ ਹੈਗੀ ਆ, ਉੱਥੇ ਮੈਂ ਚਲੇ ਗਿਆ। 14 years ago. 14 ਸਾਲ ਹੋ ਗਏ। And it says in verse 4 ਚੌਥੀ ਚ ਕਹਿੰਦਾ that I heard inexpressible words which is not lawful for man to utter. चौथी यक फिरदौस में पहुंचकर ऐसी बातें सुनी जो कहने की नहीं और जिनका कहना आदमी को रवा नहीं। Human language cannot convey what I heard. कहता जो मैं सुनिया ਉਹਨੂੰ ਮੈਂ ਇਨਸਾਨ ਦੀ ਭਾਸ਼ਾ ਦੇ ਵਿੱਚ ਬਿਆਨ ਨਹੀਂ ਕਰ ਸਕਦਾ। And also it says it's not lawful for man to utter. ਕਹਿੰਦਾ ਇਨਸਾਨ ਦੇ ਲਈ ਉਹਨਾਂ ਗੱਲਾਂ ਦਾ ਦੁਹਰਾਉਣਾ ਵਾਜਬ ਵੀ ਨਹੀਂ ਹੈਗਾ। He wasn't permitted to say what he saw and what he heard. ਕਹਿੰਦਾ ਮੈਨੂੰ ਮਨਾ ਕੀਤਾ ਗਿਆ ਕਿ ਜੋ ਮੈਂ ਸੁਣਿਆ ਹੈਗਾ ਉਹਨੂੰ ਮੈਂ ਦੁਬਾਰਾ ਨਾ ਦੁਹਰਾਵਾਂ ਇਨਸਾਨਾਂ ਦੇ ਅੱਗੇ। Now, Paul, you can see, is very reluctant to talk about this. ਪੌਲਸ ਚਾਹੁੰਦਾ ਨਹੀਂ ਹੈ ਕਿ ਗੱਲ ਕਰਨੀ ਇਸ ਗੱਲ ਦੇ ਬਾਰੇ, But he's forced to do it to save the church from these false apostles. ਪਰ ਮਜਬੂਰ ਹੋ ਗਿਆ ਕਹਿਣ ਦੇ ਲਈ, ਕਿਉਂਕਿ ਇਹ ਜਿਹੜੇ ਝੂਠੇ ਨਬੀ ਜਿਹੜੇ ਸੀਗੇ ਉਹਨਾਂ ਦਾ ਬਚਾਉਣ ਦੇ ਲਈ ਉਹ ਕਹਿੰਦਾ ਕਿ ਮੈਨੂੰ ਕੋਈ ਨਾ ਕੋਈ ਕਹਿਣਾ ਪਿਆ। He's talking about his experience. ਉਹ ਆਪਣੇ ਤਜਰਬੇ ਦੀ ਗੱਲ ਕਰ ਰਿਹਾ ਹੈਗਾ। In some Christian circles, ਕੁਝ ਵਿਸ਼ਵਾਸੀ ਫਿਰਕਿਆਂ ਦੇ ਵਿੱਚ there are people who claim to have gone to heaven or hell. ਲੋਕੀ ਹੈਗੇ ਆ ਕੁਝ ਜਿਹੜੇ ਕਹਿੰਦੇ ਆ, ਦਾਵਾ ਦਿੰਦੇ ਆ ਕਿ ਅਸੀਂ ਅਸਮਾਨ ਜਾਂ ਨਰਕ ਅਸੀਂ ਜਾ ਕੇ ਆਏ ਆ। And they write books about it. ਫਿਰ ਮੁੜ ਕੇ ਅੱਗੇ ਕਿਤਾਬਾਂ ਲਿਖਦੇ ਆ। They go around everywhere, boasting about it, talking about their experience. ਜਗ੍ਹਾ ਜਗ੍ਹਾ ਜਾ ਕੇ ਕਮਾਂਡ ਕਰਦੇ, ਫਖਰ ਕਰਦੇ, ਲੋਕਾਂ ਨੂੰ ਦੱਸਦੇ ਆ ਕਿ ਮੈਂ ਤਾਂ ਜੀ ਸਵਰਗ ਗਿਆ ਸੀਗਾ, ਮੈਂ ਤਾਂ ਨਰਕ ਗਿਆ ਸੀਗਾ। And you find that their descriptions don't really match the biblical account. ਔਰ ਜੋ ਦੱਸਦੇ ਹੈਗੇ ਆ ਉਹਨਾਂ ਗੱਲਾਂ ਦਾ ਬਾਈਬਲ ਦੇ ਅਨੁਸਾਰ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ। In fact, there's very little said in the Bible about heaven after death. ਮੌਤ ਤੋਂ ਬਾਅਦ ਸਵਰਗ ਦੇ ਬਾਰੇ ਬਾਈਬਲ ਦੇ ਵਿੱਚ ਬਹੁਤ ਘੱਟ ਲਿਖਿਆ ਹੈਗਾ। Certain things are revealed, but there's no graphic details. ਕੁਝ ਗੱਲਾਂ ਲਿਖੀਆਂ ਗਈਆਂ ਪਰ ਪੂਰੀ ਸਫਾਈ ਦੇ ਨਾਲ ਸਾਰਾ ਕੁਝ ਨਹੀਂ ਲਿਖਿਆ ਗਿਆ। And yet people ਪਰ ਲੋਕੀ these days, ਅੱਜ ਕੱਲ they go on and they give graphic details. ਬੜੀਆਂ ਲੰਬੀਆਂ ਲੰਬੀਆਂ ਗੱਲਾਂ ਕਰਦੇ ਹੈਗੇ, ਬਿਆਨ ਕਰਦੇ ਆ। And here is the greatest apostle who ever lived. ਔਰ ਇੱਥੇ ਸਭ ਤੋਂ ਵੱਡਾ ਰਸੂਲ ਜਿਹੜਾ ਧਰਤੀ ਉੱਤੇ ਪੈਦਾ ਹੋਇਆ, And the greatest Christian probably who ever lived. ਸਭ ਤੋਂ ਵੱਡਾ ਵਿਸ਼ਵਾਸੀ ਜਿਹੜਾ ਧਰਤੀ ਉੱਤੇ ਪੈਦਾ ਹੋਇਆ, Paul, ਪੌਲਸ ਰਸੂਲ। who would not boast about it. ਪੌਲਸ ਕਹਿੰਦਾ ਕਿ ਮੈਂ ਇਹਨਾਂ ਗੱਲਾਂ ਦੇ ਬਾਰੇ ਕਮਾਂਡ ਨਹੀਂ ਕਰ ਸਕਦਾ। Who was not even allowed to speak about it. ਕਹਿੰਦੇ ਕਿ ਮੈਨੂੰ ਬੋਲਣ ਤੋਂ ਵੀ ਮਨਾ ਕੀਤਾ ਗਿਆ ਹੈਗਾ। And he couldn't even express it even if he was allowed ਜੇ to. ਕਹਿੰਦਾ ਮੈਂ ਚਾਹੁੰਦਾ ਵੀ
ਫਿਰ ਵੀ ਮੈਂ ਕਹਿੰਦਾ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ, ਮੈਨੂੰ ਮਨਾਹੀ ਕੀਤੀ ਗਈ ਹੈਗੀ And ਆ। yet people go around casually ਲੋਕੀ telling ਜਾਣਦੇ ਹੈਗੇ people ਆ, I've been to heaven or I've been to hell. ਲੋਕੀ ਜਾ ਕੇ ਕੀ ਕਹਿੰਦੇ ਹੈਗੇ ਆ, ਮੈਂ ਤਾਂ ਜੀ ਸਵਰਗ ਜਾ ਕੇ ਆਇਆ, ਮੈਂ ਤਾਂ ਨਰਕ ਜਾ ਕੇ ਆਇਆ, ਵੱਡੀਆਂ ਵੱਡੀਆਂ ਡਿੰਗਾਂ ਮਾਰਦੇ ਹੈਗੇ ਆ। Brother, sister, don't listen to such nonsense. ਭਰਾਵੋ ਭੈਣੋ, ਏਦਾਂ ਦੇ ਲੋਕਾਂ ਦੀਆਂ ਗੱਲਾਂ ਨੂੰ ਨਾ ਸੁਣੋ People claim to have gone to heaven or hell. ਜਿਹੜੇ ਕਹਿੰਦੇ ਕਿ ਅਸੀਂ ਨਰਕ ਜਾ ਕੇ ਆਏ, ਸਵਰਗ ਜਾ ਕੇ ਆਏ ਆ। Stick to what the Bible reveals. ਜੋ ਪ੍ਰਭੂ ਦੇ ਵਚਨ ਤੇ ਜੋ ਬਿਆਨ ਕੀਤਾ ਗਿਆ ਹੈਗਾ, ਉਹ ਤੇ ਰਵੋ। That's all we need to know, no more. ਇੰਨਾ ਸਾਨੂੰ ਜਾਣਨਾ ਕਾਫੀ ਹੈਗਾ, ਇਸ ਤੋਂ ਜ਼ਿਆਦਾ ਸਾਨੂੰ ਜਾਣਨ ਦੀ ਲੋੜ ਨਹੀਂ ਹੈਗੀ। And these claims of people are false. ਇਹ ਲੋਕਾਂ ਦੇ ਦਾਅਵੇ ਝੂਠੇ ਹੈਗੇ ਆ। These super apostles in the church in Corinth ਇਹ ਕੋਰਿੰਥ ਦੇ ਜਿਹੜੇ ਮਹਾ ਰਸੂਲ ਸੀਗੇ, were making claims of great visions and great revelations and telling everybody. ਵੱਡੇ ਵੱਡੇ ਦਾਅਵੇ ਕਰਦੇ ਸੀਗੇ, ਦਰਸ਼ਨ ਦੇ ਵੱਡੇ ਵੱਡੇ ਦਾਅਵੇ ਕਰਦੇ ਸੀਗੇ, ਮੁਕਾਸ਼ਫੇ ਦੇ, ਝੂਠੀਆਂ ਗੱਲਾਂ। Of how it made them powerful and strong, and they boasted. ਆਪਣੇ ਆਪ ਨੂੰ ਲੋਕਾਂ ਦੇ ਮੂਹਰੇ ਏਦਾਂ ਵੱਡੇ ਬਣਾਉਂਦੇ ਸੀਗੇ ਕਿ ਲੋਕੀ ਸਾਡੀ ਗੱਲਾਂ ਸੁਣ ਕੇ ਸਭ ਤੋਂ ਡਰਨ, ਸਾਨੂੰ ਅਹੁਦਾ ਦੇਣ। Paul says, ਪੌਲਸ ਕਹਿੰਦਾ my experience as an apostle, ਕਿ ਮੇਰਾ ਤਜਰਬਾ ਇੱਕ ਰਸੂਲ ਹੋ ਕੇ, my real experience of being caught up into the third heaven, ਮੇਰਾ ਸੱਚਾ ਤਜਰਬਾ ਜਿਹੜਾ ਸੀਗਾ ਕਿ ਮੈਂ ਤੀਸਰੇ ਅਸਮਾਨ ਉਠਾਇਆ ਗਿਆ, did not make me strong, ਉਹਦੇ ਨਾਲ ਮੈਂ ਕੋਈ ਜ਼ਿਆਦਾ ਸ਼ਕਤੀਮਾਨ ਨਹੀਂ ਹੋ ਗਿਆ, but made me weak. ਮੈਂ ਕਮਜ਼ੋਰ ਹੋ ਗਿਆ। It's not something I to boast about, but it brought me humility. ਪੌਲਸ ਕਹਿੰਦਾ ਇਹਦੇ ਕਰਕੇ ਮੈਂ ਘਮੰਡੀ ਨਹੀਂ ਹੋ ਗਿਆ, ਇਹਦੇ ਕਰਕੇ ਮੈਂ ਨੀਵਾਂ ਹੋ ਗਿਆ। And it says, as a result of the abundance of my revelations, ਮੇਰੇ ਮੁਕਾਸ਼ਫਾ ਜਿਹੜਾ ਮੈਨੂੰ ਮਿਲਿਆ, ਉਹਦੀ ਬਹੁਤਾਇਤ ਦੇ ਕਰਕੇ it caused my life to become more difficult. ਮੇਰੀ ਜ਼ਿੰਦਗੀ, ਉਹ ਜਾਣ ਕੇ ਕਹਿੰਦਾ ਮੇਰੀ ਜ਼ਿੰਦਗੀ ਹੋਰ ਵੀ ਮੁਸ਼ਕਲ ਹੋ ਗਈ। God gave me a thorn in the flesh. ਉਹਦੇ ਕਰਕੇ ਪਰਮੇਸ਼ਰ ਨੇ ਮੈਨੂੰ ਜਿਸਮ ਦੇ ਵਿੱਚ ਕੰਡਾ ਦੇ ਦਿੱਤਾ। Verse 7. 7ਵੀਂ ਆਇਤ, And lest I should be exalted above measure by the abundance of revelations, a thorn in the flesh was given to me. और मुकाशफों की ज़्यादती के बायस मेरे फूल जाने के अंदेश से मेरे जिस्म में कांटा चुभाया गया। God allowed this pain कहते प्रभु ने यह दर्द होने दिता मैनू, that tormented me, ਜਿਹੜਾ ਮੈਨੂੰ ਸਤਾਉਂਦਾ ਸੀਗਾ, so that I wouldn't become proud ਤਾਂ ਕਿ ਮੈਂ ਘਮੰਡੀ ਨਾ ਬਣਾ। and I would stay humbled. Verse 7, lest I be exalted above measure. ਸਤਿਵੇਂ ਕੀ ਕਹਿੰਦਾ, ਇਹ ਨਾ ਹੋਵੇ ਕਿ ਕਿਤੇ ਮੈਂ ਜ਼ਿਆਦਾ ਮੈਂ ਉੱਚਾ ਕੀਤਾ ਜਾਵਾਂ, ਮੈਂ ਜ਼ਿਆਦਾ ਆਪਣੇ ਆਪ ਨੂੰ ਸੋਚਾਂ ਕਿ ਮੈਂ ਪਤਾ ਨਹੀਂ ਕੀ ਬਣ ਗਿਆ, ਇਸ ਕਰਕੇ ਮੈਨੂੰ ਕੰਡਾ ਦਿੱਤਾ ਗਿਆ ਕਿ ਮੈਂ ਨੀਵਾਂ ਰਵਾਂ। This is why I have this weakness. ਤਾਂ ਹੀ ਕਹਿੰਦਾ ਮੈਨੂੰ ਕਮਜ਼ੋਰੀ ਹੈਗੀ ਇਹ। In verse 8, 8ਵੀਂ ਆਇਤ he prayed 3 times ਕਹਿੰਦਾ 3 ਦਫਾ ਪ੍ਰਾਰਥਨਾ ਕੀਤੀ, that this thorn would be taken away, 3 ਦਫਾ ਪ੍ਰਾਰਥਨਾ ਕੀਤੀ ਕਿ ਪ੍ਰਭੂ ਇਹ ਮੇਰੇ ਤੋਂ ਦੂਰ ਕਰ ਦੇ। like Christ. ਪ੍ਰਭੂ ਯਿਸੂ ਮਸੀਹ ਨੇ Prayed ਜਿੱਦਾਂ 3 ਪ੍ਰਾਰਥਨਾ times in ਕੀਤੀ, the Garden of Gethsemane. ਗੈਤਸੇਮਨੀ ਦੇ ਬਾਗ ਵਿੱਚ ਪ੍ਰਭੂ ਨੇ ਪ੍ਰਾਰਥਨਾ ਕੀਤੀ। But what was Christ's reply? ਪ੍ਰਭੂ ਨੂੰ ਜਵਾਬ ਕੀ ਮਿਲਿਆ? Verse 9, our motto verse. ਸਾਡੀ ਸਲਾਨਾ ਅੱਜ ਜਿਹੜੀ ਹੈਗੀ ਆ, My grace is sufficient for you, for my strength is made perfect in weakness. मगर उसने मुझसे कहा कि मेरा फजल तेरे लिए काफ़ी है, क्योंकि मेरी कुदरत कमज़ोरी में पूरी होती है। Paul, what you need पौलुस जो तेन चाहिदा, is not the removal of this thorn, तेन ये नहीं चाहिदा पौलुस कि तेरा कंडा दूर होवे, but what you need is my grace. तेनू मेरे फजल दी लोड़ आ। What you need in your weakness तेनू कमजोरी की चाहिदा is to know my strength, कि मेरी ताकत नू जान, to endure. सबर कर। What you need is my loving arms, तेनू चाहिए मेरे प्यार वाली बाहां तेरे आले दुआले, my love to keep you and sustain you. मेरा प्यार तेनू संभाल के रखे, मेरा प्यार तेनू बचा के रखे। Can you see Satan's purpose? देखिया शैतान दा इरादा, Was to buffet, to torment Paul, to frustrate him, शैतान दा इरादा हैगा कि पौलुस दे मुक्के मारे, ओनू तंग करे, ओनू सतावे, to turn him away from God, ओनू प्रभु तो दूर करे, to cause him, like Job, to curse God, कि अयूब वांगर प्रभु नू श्राप दवे, to say, God, why have you allowed this to come to me? कि पौलुस कहे कि प्रभु तू क्यों होने देता है कि मेरे ते ऐडी मुश्किल आवे, I didn't need this. मैनू नहीं चाहिए सी ये। God,
I was becoming more committed to you, ਪ੍ਰਭੂ ਮੈਂ ਤਾਂ ਬੜੀ ਲਗਨ ਦੇ ਨਾਲ ਤੇਰੇ ਨਾਲ ਚੱਲ ਰਿਹਾ ਸੀਗਾ, serving you, being used of you. ਮੈਂ ਤਾਂ ਤੇਰੀ ਸੇਵਾ ਕਰ ਰਿਹਾ ਸੀਗਾ, ਮੈਂ ਤਾਂ ਤੂੰ ਤਾਂ ਪ੍ਰਭੂ ਮੇਰਾ ਇਸਤੇਮਾਲ ਕਰ ਰਿਹਾ ਸੀਗਾ। And now you've given me this thorn to hinder me. ਹੁਣ ਤੇ ਮੈਨੂੰ ਕੰਡਾ ਦਿੱਤਾ ਤਾਂ ਕਿ ਮੇਰੇ ਅੱਗੇ ਰੁਕਾਵਟ ਪੈਦਾ ਹੋਵੇ। It's not wrong ਇਹ ਗਲਤ ਨਹੀਂ ਹੈਗਾ when we have pain ਜਦੋਂ ਦਰਦ ਹੁੰਦਾ to pray for it to be removed. And sometimes God does that if He ਪ੍ਰਾਰਥਨਾ glorifies ਕਰਨੀ Him. ਕਿ ਪ੍ਰਭੂ ਦੂਰ ਕਰੇ। ਕਈ ਦਫਾ ਪ੍ਰਭੂ ਕਈ ਦਫਾ ਸਾਡੇ ਦਰਦ ਨੂੰ ਦੂਰ ਕਰ ਵੀ ਦਿੰਦੇ ਆ, But sometimes His purposes are deeper. ਪਰ ਕਈ ਦਫਾ ਪ੍ਰਭੂ ਦੇ ਇਰਾਦੇ ਹੋਰ ਜ਼ਿਆਦਾ ਡੂੰਘੇ ਹੁੰਦੇ ਆ। Sometimes He may use our thorns to keep us humble, ਕਈ ਦਫਾ ਪ੍ਰਭੂ ਇਹਨਾਂ ਕੰਡਿਆਂ ਦਾ ਇਸਤੇਮਾਲ ਕਰਦਾ ਤਾਂ ਕਿ ਸਾਨੂੰ ਨੀਵਾਂ ਰੱਖੇ, ਹਲੀਮ ਰੱਖੇ, to keep us from being proud and As he- arrogant, to bring us down to earth. ਅਸੀਂ ਘਮੰਡੀ ਨਾ ਹੋ ਜਾਈਏ, ਅਸੀਂ ਫਖਰ ਨਾ ਕਰਨ ਲੱਗ ਪਈਏ। ਪ੍ਰਭੂ ਸਾਨੂੰ ਨੀਵਾਂ ਰੱਖਦਾ, But also His purpose always ਪਰ ਹਮੇਸ਼ਾ ਹਮੇਸ਼ਾ is that we would know Christ's grace is sufficient. ਅਸੀਂ ਜਾਣੀਏ ਕਿ ਪ੍ਰਭੂ ਦੀ ਦਇਆ, ਉਹਦੀ ਕਿਰਪਾ ਸਾਡੇ ਲਈ ਕਾਫੀ ਆ। And His strength is perfected in our weakness. ਪ੍ਰਭੂ ਦੀ ਤਾਕਤ ਸਾਡੀ ਕਮਜ਼ੋਰੀ ਵਿੱਚ ਹੀ ਪੂਰੀ ਹੁੰਦੀ ਆ। That's why Paul goes on to say in verse 10, ਤਾਂ ਹੀ 10 ਵਿੱਚ ਪੌਲਸ ਕਹਿੰਦਾ, therefore I take pleasure in infirmities, I'll boast of them. इसलिए मैं मसीह की खातिर कमजोरियों में And then, then he says at the end, for when I am weak, then I am strong. कहते कि आखिर कहते क्योंकि जब मैं कमजोर होता हूँ उसी वक्त जोरावर होता हूँ। On the picture of, on our motto verse, is a picture of a dandelion. ਇਹ ਸਾਲਾਨਾ ਅੱਜ ਜਿਹੜੀ ਹੈਗੀ ਇਹਦੇ ਉੱਤੇ ਤੇਰੀ ਤਸਵੀਰ ਹੈਗੀ ਆ, ਇੱਕ ਫੁੱਲ ਦੀ ਤਸਵੀਰ ਆ। Now you think, what is that doing there? It's such a delicate plant. ਇਹ ਜਿਹੜਾ ਫੁੱਲ ਹੈਗਾ ਇਹ ਤਾਂ ਬੜਾ ਨਾਜ਼ੁਕ ਜਿਹਾ ਫੁੱਲ ਹੈਗਾ, ਇਹਦਾ ਕੀ ਕੰਮ ਹੈਗਾ ਇੱਥੇ? Sure, these little seed heads that fly away, you look at it, it's fluffy, it's very weak. ਇਹ ਫੁੱਲ ਤਾਂ ਬੜਾ ਨਾਜ਼ੁਕ ਹੈਗਾ, ਬੜਾ ਕੋਮਲ ਹੈਗਾ। ਇਹ ਜਿਹੜੇ ਦਾਣੇ ਹੈਗੇ ਤਾਂ ਔੜੀਆਂ ਦੀ ਹਵਾ ਚੱਲਦੀ ਆ। But when they fly away, on their own, they're weak. ਆਪਣੇ ਆਪ ਦੇ ਵਿੱਚ ਤਾਂ ਫੁੱਲ ਕਮਜ਼ੋਰ ਹੈਗਾ, But when they fly away and they land into the ground, ਜਦੋਂ ਹਵਾ into the ਚੱਲਦੀ ਹੈ, earth, ਜਦੋਂ ਉਹਦੇ ਜਿਹੜੇ ਦਾਣੇ ਹੈਗੇ ਆ ਉਹ ਹਵਾ ਨਾਲ ਉੜ ਕੇ ਜਦੋਂ ਧਰਤੀ ਵਿੱਚ ਜਾ ਕੇ ਡਿੱਗਦੀ, ਧਰਤੀ ਤੇ they ਡਿੱਗਦੇ ਆ, begin to germinate and they grow ਉਹ ਵੀ ਜਦੋਂ ਡਿੱਗਦੇ ਹੈਗੇ ਉਹ ਫਿਰ ਦੁਬਾਰਾ ਫਲ ਲਾਉਂਦੇ ਆ, and they take root ਫਿਰ ਉਹ ਫਿਰ ਦੁਬਾਰਾ and they become plants. ਜੜ ਫੜਦੇ ਹੈਗੇ ਆ, ਫਿਰ ਦੁਬਾਰਾ ਇੱਕ ਹੋਰ ਨਵਾਂ ਫਲ ਪੈਦਾ ਹੁੰਦਾ। And these weak plants, these seeds, ਇਹ ਨਤਾਨਾ ਫੁੱਲ, ਇਹ ਜਿਹੜੇ ਜਿਹੜੇ ਨਿੱਕੇ ਨਿੱਕੇ ਜਿਹੜੇ ਫੁੱਲ ਹੈਗੇ ਆ, become the weeds that you see in your garden. ਇਹ ਉਹੀ ਜਿਹੜੇ ਜੜੀਆਂ ਬੂਟੀਆਂ ਬਣ ਜਾਂਦੀਆਂ ਹੈਗੀਆਂ ਸਾਡੀ ਗਾਰਡਨ ਦੇ ਵਿੱਚ, And they are so strong. ਔਰ ਇੰਨੀਆਂ ਮਜ਼ਬੂਤ ਹੁੰਦੀਆਂ ਜੜਾਂ ਉਹ, They will grow even through cracks in the gravel or concrete. ਕਿਤੇ ਤੇੜ ਆਵੇ, ਤੇੜ ਦੇ ਵਿੱਚ ਵੀ ਉਹ ਜਿਹੜੀ ਬੂਟੀਆਂ ਹੈਗੀਆਂ ਉੱਗ ਜਾਂਦੀਆਂ। On their own, ਆਪਣੇ ਆਪ ਦੇ ਵਿੱਚ they're very weak. ਬਹੁਤ ਕਮਜ਼ੋਰ ਹੈਗੀਆਂ, But when they're in the ground, ਪਰ ਜਦੋਂ ਧਰਤੀ ਉੱਤੇ ਜਾ ਕੇ ਡਿੱਗ ਜਾਂਦੀਆਂ, they are so strong, we battle to get rid of them. ਮਜ਼ਬੂਤ ਹੋਏ ਨੇ, ਫਿਰ ਸਾਨੂੰ ਮੁਸ਼ਕਿਲ ਹੁੰਦਾ ਉਹਨਾਂ ਜੜੀ ਬੂਟੀਆਂ ਨੂੰ ਹਟਾਉਣਾ। As Christians, we are very weak ਵਿਸ਼ਵਾਸੀ ਹੋ ਕੇ ਅਸੀਂ ਬੜੀ ਕਮਜ਼ੋਰ ਹਾਂ, on our own. ਇਕੱਲੇ ਅਸੀਂ ਹੁੰਦੇ ਹਾਂ। But it's only when we recognize our weaknesses ਪਰ ਜਦੋਂ ਅਸੀਂ ਆਪਣੀ ਕਮਜ਼ੋਰੀ ਨੂੰ ਮਹਿਸੂਸ ਕਰ ਲੈਂਦੇ ਹਾਂ, that we really then turn to Christ and trust in His grace. ਫਿਰ ਅਸੀਂ ਮਸੀਹ ਵੱਲ ਮੁੜ ਕੇ ਉਹਦੇ ਫਜ਼ਲ ਦੇ ਵਿੱਚ ਅਸੀਂ ਭਰੋਸਾ ਰੱਖਦੇ ਹਾਂ, And we become strong in Him. ਉਹਦੇ ਵਿੱਚ ਅਸੀਂ ਫਿਰ ਮਜ਼ਬੂਤ ਕੀਤੇ ਜਾਂਦੇ ਹਾਂ। And sometimes we are blind to our weaknesses. ਕਈ ਦਫਾ ਸਾਨੂੰ ਦਿਸਦੀ ਨਹੀਂ ਹੁੰਦੀਆਂ ਸਾਡੀਆਂ ਕਮਜ਼ੋਰੀਆਂ, The only way we see them is when God sends a thorn, ਸਾਨੂੰ ਆਪਣੀ ਕਮਜ਼ੋਰੀਆਂ ਕਈ ਦਫਾ ਉਦੋਂ ਹੀ ਦੱਸਦੀਆਂ ਜਦੋਂ ਪ੍ਰਭੂ ਸਾਡੇ ਵਿੱਚ ਕੰਡਾ ਭੇਜਦਾ, or He brings trouble our way, ਜਾਂ ਪ੍ਰਭੂ ਜਦੋਂ ਮੁਸ਼ਕਿਲ ਲੈ ਕੇ ਆਉਂਦਾ ਸਾਡੇ ਉੱਤੇ, and we turn to Him in desperation ਅਸੀਂ ਫਿਰ ਮਾਯੂਸ ਹੋ ਕੇ ਜਦੋਂ ਅਸੀਂ ਉਹਦੇ ਵੱਲ ਮੁੜਦੇ ਹਾਂ, and say, God, I can't do this. ਕਹਿੰਦੇ ਪ੍ਰਭੂ ਮੈਂ ਨਹੀਂ ਕਰ ਸਕਦਾ ਹੁਣ ਇਹ, We reach the end of our tether, ਪ੍ਰਭੂ ਹੁਣ ਮੇਰੀ ਬੱਸ ਹੋ ਚੁੱਕੀ ਹੈਗੀ ਆ। and then we turn to His grace and trust in Him. ਉਸ ਵੇਲੇ ਫਿਰ ਅਸੀਂ ਜਿਸ ਦੀ ਬੱਸ ਹੋ ਜਾਂਦੀ ਆ, ਉਸ ਵੇਲੇ ਫਿਰ ਅਸੀਂ ਮੁੜ ਕੇ ਉਹਦੀ ਦਇਆ ਦੇ ਉੱਤੇ ਆ ਕੇ ਡਿੱਗਦੇ ਹਾਂ। As long as we are strong in ourselves, ਜਿੰਨਾ ਚਿਰ ਅਸੀਂ ਆਪਣੇ ਆਪ ਦੇ ਵਿੱਚ ਤਕੜੇ ਹੁੰਦੇ ਆ, ਮਜ਼ਬੂਤ ਹੁੰਦੇ ਆ, we will be weak in Christ. ਮਸੀਹ ਵਿੱਚ ਅਸੀਂ ਉਹਨਾਂ ਚਿਰ ਕਮਜ਼ੋਰ ਰਵਾਂਗੇ। But if we see our weakness, ਅਸੀਂ ਜੇ ਆਪਣੀ ਕਮਜ਼ੋਰੀ ਨੂੰ ਦੇਖਾਂਗੇ,
then we'll be strong in Christ. ਫਿਰ ਮਸੀਹ ਦੇ ਵਿੱਚ ਅਸੀਂ ਮਜ਼ਬੂਤ ਹੋਵਾਂਗੇ। So firstly, we've seen Paul's weakness. ਪਹਿਲਾਂ ਅਸੀਂ ਦੇਖਿਆ ਪੌਲਸ ਦੀ ਕਮਜ਼ੋਰੀ, Thorn in the flesh, ਉਹਦੇ ਜਿਸਮ ਦਾ ਕੰਡਾ, everyday insults and persecutions and distresses. ਰੋਜ਼ਾਨਾ ਦੀ ਬੇਇੱਜ਼ਤੀਆਂ, ਰੋਜ਼ਾਨਾ ਦੀ ਤੰਗੀਆਂ, ਰੋਜ਼ਾਨਾ ਦੇ ਸਤਾਵ। Secondly, we've seen why he had the thorn in the flesh. ਦੂਸਰਾ ਅਸੀਂ ਦੇਖਿਆ ਫਿਰ ਉਹਦੇ ਜਿਸਮ ਵਿੱਚ ਕੰਡਾ ਕਿਉਂ ਦਿੱਤਾ ਗਿਆ, It was there to keep Paul humble ਤਾਂ ਕਿ ਪੌਲਸ ਹਲੀਮ ਰਵੇ, ਨੀਵਾਂ ਰਵੇ, because of his experience, ਉਹਦੇ ਤਜਰਬੇ ਕਰਕੇ, so that he would know Christ's grace is sufficient in his ਤਾਂ ਕਿ weakness. ਉਹ ਜਾਣੇ ਪ੍ਰਭੂ ਦੀ ਤਾਕਤ ਨੂੰ ਉਹਦੀ ਕਮਜ਼ੋਰੀ ਵਿੱਚ। Finally, ਆਖਰ ਦੇ ਵਿੱਚ what does this mean for us in 2021? 2021 ਦੇ ਵਿੱਚ ਸਾਡੇ ਲਈ ਇਹਨਾਂ ਗੱਲਾਂ ਦਾ ਕੀ ਮਤਲਬ ਹੈਗਾ? I simply do not know what's in store for us in 2021. No one knows. ਸਾਨੂੰ ਨਹੀਂ ਪਤਾ ਇਸ ਸਾਲ ਦੇ ਵਿੱਚ ਕੀ ਹੋਣਾ ਹੈਗਾ, ਸਾਨੂੰ ਕੀ ਮਿਲਣਾ ਸਾਲ ਦੇ ਵਿੱਚ। Hopefully the COVID situation will improve. ਪ੍ਰਾਰਥਨਾ ਕਰਦੇ ਹਾਂ ਕਿ ਕੋਵਿਡ ਦੀ ਬਿਮਾਰੀ ਚੱਲ ਜਾਵੇ। And you know, we say to everybody every year, Happy New Year. ਅਸੀਂ ਨਾ ਕਹਿੰਦੇ ਨੇ ਸਾਰਿਆਂ ਨੂੰ ਹੈਪੀ ਨਿਊ ਈਅਰ, And we hope that everybody will have a good year. ਪ੍ਰਾਰਥਨਾ ਕਰਦੇ ਹਾਂ ਕਿ ਸਾਰਿਆਂ ਦਾ ਸਾਲ ਖੁਸ਼ਹਾਲ ਹੋਵੇ, And I hope you do. ਔਰ ਸਾਡੀ ਪ੍ਰਾਰਥਨਾ ਕਿ ਹੋਵੇ ਵੀ। Some of us may fulfill our desires. ਹੋ ਸਕਦਾ ਬਹੁਤ ਸਾਰੇ ਸਾਡੇ ਆਪਣੀਆਂ ਮੰਗਾਂ ਪੂਰੀਆਂ ਕਰਨ। Some of you may have that child you've always wanted. ਕਈਆਂ ਦੇ ਲਈ ਜਿਹੜੇ ਬੱਚੇ ਦੀ ਲਈ ਪ੍ਰਾਰਥਨਾ ਕਰਦੇ ਸੀਗੇ ਉਹਨਾਂ ਦੇ ਘਰ ਬੱਚਾ ਪੈਦਾ ਹੋਵੇ, Some will get married. Some ਕਈਆਂ will ਦਾ find ਵਿਆਹ that ਹੋਗਾ। job. Some will graduate. ਕਿ ਆਪਣੇ ਪੜ੍ਹਾਈ ਦੇ ਅੱਗੇ ਜਾਓਗੇ, Your children may do, and you'll be proud of them. ਤੁਹਾਡੇ ਬੱਚੇ ਪੜ੍ਹੋਗੇ, ਅੱਗੇ ਜਾਓਗੇ, ਤੁਸੀਂ ਖੁਸ਼ ਹੋਵੋਗੇ। But ਪਰ this year will be the same as any other year, you know. ਇਹ ਸਾਲ ਵੀ ਬਾਕੀ ਸਾਲਾਂ ਵਰਗਾ ਹੋਣਾ। People will continue to die. ਲੋਕਾਂ ਨੇ ਮਰੀ ਜਾਣਾ, People will carry on getting ill. ਲੋਕਾਂ ਨੇ ਬਿਮਾਰ ਹੋ ਜਾਣਾ, People will continue to get old and infirm. ਲੋਕਾਂ ਨੇ ਸਿਆਣੇ ਹੋ ਜਾਣਾ ਹੈਗਾ, ਕਮਜ਼ੋਰ ਹੋ ਜਾਣਾ। Some will die too soon. ਕਈਆਂ ਨੇ ਵਕਤ ਸਮੇਂ ਤੋਂ ਪਹਿਲਾਂ ਮਰ ਜਾਣਾ। Earthquakes will continue. Famines will continue. Floods ਭੁਚਾਲ ਵੀ will ਆਈ ਜਾਣੇ ਆ, continue. ਭੁੱਖਮਰੀ ਆਈ ਜਾਣੀ ਹੈਗੀ ਆ, ਤੰਗੀਆਂ ਹੋਣੀਆਂ, Wars will continue. ਲੜਾਈਆਂ ਵੀ ਚੱਲੀ ਜਾਣੀਆਂ। Some will lose their jobs. Some will lose their businesses. ਕਈਆਂ ਦੀ ਨੌਕਰੀ ਚੱਲ ਜਾਣੀ ਹੈ, ਕਈਆਂ ਦੇ ਕਾਰੋਬਾਰ ਚੱਲ ਜਾਣੇ ਆ, Some marriages will be tested. ਕਈਆਂ ਦੇ ਵਿਆਹ ਸ਼ਾਦੀਆਂ ਜਿਹੜੇ ਹੈਗੀਆਂ ਉਹ ਅਜ਼ਮਾਈਆਂ ਜਾਣੀਆਂ, Some will experience great sadness. ਕਈਆਂ ਨੂੰ ਬੜੇ ਤਕਲੀਫਾਂ ਆਉਂਦੀਆਂ। And we say, ਅਸੀਂ ਕਹਿੰਦੇ ਆ, Happy New Year. ਅਸੀਂ ਕਹਿੰਦੇ ਹੈਪੀ ਨਿਊ ਈਅਰ। It is only the Christian ਸਿਰਫ ਇੱਕ ਵਿਸ਼ਵਾਸੀ ਆ who can say, Happy New Year with conviction. ਜਿਹੜਾ ਕਹਿ ਸਕਦਾ ਪੂਰੇ ਜੋਸ਼ ਦੇ ਨਾਲ, ਪੂਰੇ ਲਗਨ ਦੇ ਨਾਲ ਕਿ ਨਵਾਂ ਸਾਲ ਮੁਬਾਰਕ ਹੋਵੇ, Because we know ਕਿਉਂਕਿ ਸਾਨੂੰ ਪਤਾ that whatever we go through, ਕਿ ਜੋ ਮਰਜ਼ੀ ਬੀਤੇ, Christ says to us, ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦੇ ਆ, My grace is sufficient. ਮੇਰਾ ਫਜ਼ਲ ਤੁਹਾਡੇ ਲਈ ਕਾਫੀ ਆ। Even in those weak and terrible moments, ਉਹ ਸਮੇਂ ਜਦੋਂ ਕਮਜ਼ੋਰੀ ਆਉਂਦੀ ਆ, ਉਹ ਮੁਸ਼ਕਿਲ ਦੇ ਸਮੇਂ ਪ੍ਰਭੂ when our ਕਹਿੰਦੇ ਆ, strength is failing, ਜਦੋਂ ਅਸੀਂ ਕਮਜ਼ੋਰ ਹੋਏ ਨੇ, ਜਦੋਂ ਸਾਡੀ ਤਾਕਤ ਚਲ ਜਾਂਦੀ ਆ, Christ is saying, My strength is made perfect in weakness. ਉਸ ਵੇਲੇ ਪ੍ਰਭੂ ਕਹਿੰਦੇ ਤੁਹਾਡੀ ਕਮਜ਼ੋਰੀ ਵਿੱਚ ਮੇਰੀ ਤਾਕਤ ਤੁਹਾਨੂੰ ਬਚਾ ਕੇ ਰੱਖਦੀ ਆ। Christ's grace is always enough. ਪ੍ਰਭੂ ਦਾ ਫਜ਼ਲ ਸਾਡੇ ਲਈ ਕਾਫੀ ਹੁੰਦਾ, It's never lacking. ਕਦੇ ਥੋੜ ਨਹੀਂ ਹੁੰਦੀ। It's always greater than our weaknesses, so we can cope. ਸਾਡੀਆਂ ਕਮਜ਼ੋਰੀਆਂ ਨਾਲੋਂ ਪ੍ਰਭੂ ਦਾ ਫਜ਼ਲ ਹਮੇਸ਼ਾ ਵੱਡਾ ਹੁੰਦਾ ਤਾਂ ਕਿ ਅਸੀਂ ਬਰਦਾਸ਼ਤ ਕਰ ਸਕੀਏ। In the Christian life, ਵਿਸ਼ਵਾਸੀ ਜ਼ਿੰਦਗੀ ਵਿੱਚ the stronger we are in ourselves, ਜਿੰਨਾ ਜ਼ਿਆਦਾ ਅਸੀਂ ਆਪਣੇ ਆਪ ਵਿੱਚ ਮਜ਼ਬੂਤ ਹੁੰਨੇ ਆ, the weaker we will be in Christ. ਉਨੇ ਕਮਜ਼ੋਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਹੁੰਨੇ ਆ। The weaker we are in ourselves, the stronger we'll be in Christ. ਜਿੰਨਾ ਜ਼ਿਆਦਾ ਅਸੀਂ ਆਪਣੇ ਆਪ ਵਿੱਚ ਕਮਜ਼ੋਰ ਹੁੰਨੇ ਆ, ਉਨਾ ਜ਼ਿਆਦਾ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਮਜ਼ਬੂਤ ਹੁੰਨੇ ਆ। God uses weak people. ਪਰਮੇਸ਼ਵਰ ਕਮਜ਼ੋਰ ਨਤਾਣੇ ਇਨਸਾਨਾਂ ਦਾ ਇਸਤੇਮਾਲ ਕਰਦਾ। Gideon in the Old Testament was weak, ਪੁਰਾਣੇ ਨਿਯਮ ਵਿੱਚ ਗਿਦਿਓਨ very weak, ਬਹੁਤ ਕਮਜ਼ੋਰ ਸੀਗਾ ਉਹ, but God used him. ਪਰ ਪ੍ਰਭੂ ਨੇ ਉਹਦਾ ਇਸਤੇਮਾਲ ਕੀਤਾ। Moses was weak. ਮੂਸਾ ਕਮਜ਼ੋਰ ਸੀਗਾ। Moses said to God, God, I cannot speak. ਮੂਸਾ ਕਹਿੰਦਾ ਪ੍ਰਭੂ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ, He says, find somebody else. ਕਿਸੇ ਹੋਰ ਨੂੰ ਲੱਭ ਲੈ ਜਾ ਕੇ। But God says, no, I'm going to use you. I'll go with you. ਪ੍ਰਭੂ ਕਹਿੰਦਾ ਨਹੀਂ, ਮੈਂ ਤੈਨੂੰ ਇਸਤੇਮਾਲ ਕਰਨਾ, ਮੈਂ ਤੇਰੇ ਨਾਲ ਜਾਊਂਗਾ। In effect, he was saying, my grace is sufficient for you. ਪ੍ਰਭੂ ਕਹਿੰਦਾ ਮੇਰਾ ਫਜ਼ਲ ਤੇਰੇ ਲਈ ਕਾਫੀ ਆ। Jacob. Jacob was strong in himself. ਯਾਕੂਬ ਆਪਣੇ ਆਪ ਵਿੱਚ ਜ਼ਬਰਦਸਤ ਸੀਗਾ, ਤਕੜਾ God ਸੀਗਾ, couldn't use him. ਪ੍ਰਭੂ ਦਾ ਇਸਤੇਮਾਲ ਨਹੀਂ ਕਰ ਸਕਿਆ। But it's only when God wrestled with him and gave him a limp and he was made weak that God was able to ਪ੍ਰਭੂ use him. ਯਾਕੂਬ ਦੇ ਨਾਲ ਜਦੋਂ ਪ੍ਰਭੂ ਨੇ ਕੁਸ਼ਤੀ ਕੀਤੀ,
ਉਹਦਾ ਲੱਕ ਤੋੜ ਦਿੱਤਾ, ਉਹਨੂੰ ਇੱਕ ਕਮਜ਼ੋਰੀ ਦੇਤੀ, ਫਿਰ ਪ੍ਰਭੂ ਦਾ ਇਸਤੇਮਾਲ ਕਰ ਸਕਿਆ। ਫਿਰ ਪ੍ਰਭੂ ਕਹਿੰਦਾ ਹੁਣ ਤੂੰ ਆ ਜਾ। Peter was strong in himself. He was outspoken. He was so confident. ਪਤਰਸ ਆਪਣੇ ਆਪ ਵਿੱਚ ਬੜਾ ਦਲੇਰ ਸੀਗਾ, ਬੋਲ ਪੜਕ ਸੀਗਾ, But Christ had to humble him. ਪ੍ਰਭੂ ਨੇ ਪਤਰਸ ਨੂੰ ਹਲੀਮ ਕਰਨਾ ਪਿਆ। He denied Jesus 3 times. 3 ਦਫਾ ਪਤਰਸ ਨੇ ਪ੍ਰਭੂ ਦਾ ਇਨਕਾਰ ਕੀਤਾ। And he failed and he cried. ਰੋ ਕੇ Because of ਫਿਰ- his failure, he wept. ਜਦੋਂ ਹਾਰ ਗਿਆ ਫਿਰ ਫੁੱਟ ਕੇ ਰੋਇਆ। But when he was weak, that's when Christ made him strong. ਜਦੋਂ ਰੋਇਆ, ਜਦੋਂ ਉਹਨੇ ਕਬੂਲ ਕੀਤਾ, ਫਿਰ ਪਰਮੇਸ਼ਰ ਨੇ ਉਹਦਾ ਇਸਤੇਮਾਲ ਕੀਤਾ। God uses weak people ਪ੍ਰਭੂ ਨੇ ਇਹਨਾਂ ਲੋਕਾਂ ਦਾ ਇਸਤੇਮਾਲ ਕੀਤਾ, and he strengthens them. ਉਹਨਾਂ ਨੂੰ ਮਜ਼ਬੂਤ ਕਰਦਾ। ਪ੍ਰਭੂ Admit your weakness, recognize it. ਆਪਣੀ ਕਮਜ਼ੋਰੀ ਦਾ ਪ੍ਰਭੂ ਦੇ ਅੱਗੇ ਸਾਹਮਣਾ ਕਰੋ, ਉਹਨੂੰ ਤੁਸੀਂ ਕਬੂਲ ਕਰੋ। ਪ੍ਰਭੂ ਨੂੰ ਕਹੋ ਕਿ ਪ੍ਰਭੂ ਮੈਂ ਕਮਜ਼ੋਰ ਹੈਗਾ। And realize that Christ is sufficient for you. ਮਹਿਸੂਸ ਕਰੋ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਕਾਫੀ ਆ। I pray 2021 will be a good year for you. ਸਾਡੀ ਪ੍ਰਾਰਥਨਾ ਕਿ ਨਵਾਂ ਸਾਲ 2021 ਜਿਹੜਾ ਹੈਗਾ ਮੁਬਾਰਕ ਸਾਲ ਹੋਵੇ। I pray you will not be plagued with problems. ਸਾਡੇ ਤੇ ਮੁਸੀਬਤਾਂ ਮੁਸ਼ਕਲਾਂ ਨਾ ਹੋਣ, But through our joys, through our sorrows, ਪਰ ਸਾਡੀ ਖੁਸ਼ੀ ਦੁਆਰਾ, ਸਾਡੇ ਗਮ ਦੁਆਰਾ, through our physical infirmities, ਸਾਡੇ ਜਿਸਮਾਨੀ ਕਮਜ਼ੋਰੀਆਂ ਦੁਆਰਾ, through whatever insults we have to take or persecutions or distresses, ਜੋ ਮਰਜ਼ੀ ਸਾਡੀ ਬੇਇੱਜ਼ਤੀ ਹੋਵੇ, ਜੋ ਮਰਜ਼ੀ ਸਾਨੂੰ ਬਰਦਾਸ਼ਤ ਕਰਨਾ ਪਵੇ, ਜੋ ਮਰਜ਼ੀ ਸਾਡੇ ਤੇ ਸਤਾਵ ਆਵੇ, remember this. ਇਹ ਗੱਲ ਨੂੰ ਯਾਦ ਰੱਖੋ, God has a purpose. ਪਰਮੇਸ਼ਰ ਦਾ ਸਾਡੇ ਇਰਾਦਾ ਹੈਗਾ। He wants to keep us weak ਪ੍ਰਭੂ ਚਾਹੁੰਦਾ ਕਿ ਸਾਨੂੰ ਉਹ ਕਮਜ਼ੋਰ ਰੱਖੇ, so that we know these words, ਤਾਂ ਕਿ ਅਸੀਂ ਇਹਨਾਂ ਲਫ਼ਜ਼ਾਂ ਨੂੰ ਜਾਣ ਸਕੀਏ। these words of Jesus. ਪ੍ਰਭੂ ਯਿਸੂ ਮਸੀਹ ਦੇ ਲਫ਼ਜ਼ਾਂ ਨੂੰ, My grace is sufficient for you, ਮੇਰਾ ਫਜ਼ਲ ਤੁਹਾਡੇ ਲਈ ਕਾਫੀ ਆ, for my strength is made perfect in weakness. ਮੇਰੀ ਤਾਕਤ ਤੁਹਾਡੀ ਕਮਜ਼ੋਰੀ ਵਿੱਚ ਹੀ ਪੂਰੀ ਹੁੰਦੀ ਆ। Remember, when we are weak in ourselves, ਆਪਣੇ ਆਪ ਵਿੱਚ ਅਸੀਂ ਕਮਜ਼ੋਰ ਹੁੰਦੇ ਆ, then we can be strong in Christ. ਫਿਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਅਸੀਂ ਤਕੜੇ ਕੀਤੇ ਜਾਂਦੇ ਆ, ਮਜ਼ਬੂਤ ਹੁੰਦੇ ਆ। And that way, ਇਸ ਤਰ੍ਹਾਂ we don't get the glory, ਮਹਿਮਾ ਸਾਨੂੰ ਨਹੀਂ ਮਿਲਦੀ, He gets all the glory. ਪ੍ਰਭੂ ਯਿਸੂ ਮਸੀਹ ਨੂੰ ਮਹਿਮਾ ਮਿਲਦੀ ਆ। My grace is sufficient for you, ਪ੍ਰਭੂ ਕਹਿੰਦੇ ਕਿ ਮੇਰਾ ਫਜ਼ਲ ਤੇਰੇ ਲਈ for ਕਾਫੀ my ਆ, strength is made perfect in weakness. ਉਹਦੀ ਕੁਦਰਤ ਸਾਡੀ ਕਮਜ਼ੋਰੀ ਵਿੱਚ ਪੂਰੀ ਹੁੰਦੀ ਆ। Amen. ਆਮੀਨ। We will now have our last song, which will come up on the screen, ਹੁਣ ਅਸੀਂ ਗੀਤ ਗਾਵਾਂਗੇ ਜਿਹੜਾ ਪਰਦੇ ਤੇ ਆਊਗਾ ਅਖੀਰਲਾ, after which we will close in prayer. ਉਸ ਤੋਂ ਬਾਅਦ ਪ੍ਰਾਰਥਨਾ ਦੇ ਵਿੱਚ ਅਸੀਂ ਮੀਟਿੰਗ ਬੰਦ ਕਰਾਂਗੇ। दुखी पुरुष कैसा नाम, किसने कैसा दिया नाम, उसने किया प्राण का काम, जय मसीह की कैसा त्राता। मेरे पाप की लाज और भार सब उठा के खाई मार, लहू से किया उद्धार, जय मसीह की कैसा त्राता। हम सब पापी मनमानी, बलिदान मसीह पापी, निष्कोट मेमना प्रेमानी, जय मसीह की कैसा त्राता। क्रूस पर उसने दिया प्राण,
Let's close the meeting in prayer. ਆਓ ਮੀਟਿੰਗ ਅਸੀਂ ਪ੍ਰਾਰਥਨਾ 'ਚ ਬੰਦ ਕਰੀਏ। Father, we have entered into a new year. ਪਿਤਾ ਅਸੀਂ ਇੱਕ ਨਵੇਂ ਸਾਲ 'ਚ ਦਾਖਲ ਹੋਏ ਹਾਂ। We know, Lord, you have been faithful to us. ਸਾਨੂੰ ਪਤਾ ਪ੍ਰਭੂ ਤੁਸੀਂ ਸਾਡਾ ਵਫਾਦਾਰ ਰਹੇ ਹਾਂ। We have experienced many weaknesses in 2020. ਪਿਛਲੇ ਸਾਲ ਅਸੀਂ ਪ੍ਰਭੂ ਜੀ ਬਹੁਤ ਸਾਰੀਆਂ ਕਮਜ਼ੋਰੀਆਂ ਅਸੀਂ ਮਹਿਸੂਸ ਕੀਤੀਆਂ। And we know that all of those weaknesses have a purpose in our lives. ਸਾਨੂੰ ਪਤਾ ਸਾਰੀ ਕਮਜ਼ੋਰੀਆਂ ਜਿਹੜੀਆਂ ਆਈਆਂ ਸਾਡੇ ਉੱਤੇ ਉਹਨਾਂ ਦਾ ਸਾਡੇ ਲਈ ਕੋਈ ਮਤਲਬ ਸੀਗਾ। And that is that you want us to know your strength ਤੁਸੀਂ ਚਾਹੁੰਦੇ ਕਿ ਅਸੀਂ ਪ੍ਰਭੂ ਤੁਹਾਡੀ ਤਾਕਤ ਨੂੰ ਜਾਣੀਏ, and to know that your grace is sufficient for us. ਜਾਣੀਏ ਕਿ ਤੁਹਾਡਾ ਫਜ਼ਲ ਸਾਡੇ ਲਈ ਕਾਫੀ ਆ। So Lord, whatever thorns in the flesh we may face in 2021, ਪ੍ਰਭੂ 2021 ਵਿੱਚ ਪ੍ਰਭੂ ਜੀ ਜਿਹੜਾ ਮਰਜ਼ੀ ਜਿਸਮ ਦਾ ਕੰਡਾ ਪ੍ਰਭੂ ਸਾਨੂੰ ਮਿਲੇ, whatever weaknesses we may face, ਜਿਹੜੀ ਮਰਜ਼ੀ ਕਮਜ਼ੋਰੀਆਂ ਪ੍ਰਭੂ ਸਾਡੇ ਤੇ ਆਉਣ, help us to meditate on this motto verse, ਇਸ ਸਾਲਾਨਾ ਆਇਤ ਤੇ ਅਸੀਂ ਆਪਣਾ ਧਿਆਨ ਲਾ ਕੇ ਰੱਖੀਏ, to know that Christ's grace is sufficient for us, ਜਾਣੀਏ ਕਿ ਪ੍ਰਭੂ ਦਾ ਫਜ਼ਲ ਉਹਦੀ ਦਇਆ ਸਾਡੇ ਲਈ ਕਾਫੀ ਆ, and His strength is made perfect in our weakness. ਉਹਦੀ ਤਾਕਤ ਸਾਡੀ ਕਮਜ਼ੋਰੀ ਵਿੱਚ ਹੀ ਸੰਪੂਰਨ ਹੁੰਦੀ ਆ। We pray it in His name. ਪ੍ਰਭੂ ਯੀਸ਼ੂ ਮਸੀਹ ਮੁਕਤੀ ਦਾਤਾ ਦੇ ਨਾਮ ਵਿੱਚ ਸਾਰਾ ਕੁਝ ਮੰਗਦੇ ਹਾਂ। Amen. Thank you for listening to this message. For further information, visit www.emmanuelhansworth.org.uk.